ਦੁਨੀਆ ਨਾਲ ਜੁੜ ਬੈਠੇ ਸਾਰੇ ਹੀ ਦਰਸ਼ਕਾਂ ਦਾ ਕਰਦੇ ਆਂ ਪ੍ਰਾਈਮ ਟਾਈਮ ਪਾਰਟ 2 ਦੇ ਵਿੱਚ ਸਵਾਗਤ ਜੀ। ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਜਰਾ ਨੂੰ ਆਪਣੇ ਨਾਲ ਜੋੜ ਲਿਆ। ਸੋ ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਗਿੱਲ ਤੇ ਸੁਸ਼ੀਲ ਦਸਾਂਜਰੀ ਚੰਡੀਗੜ੍ਹ ਸਟੂਡੀਓ ਤੋਂ ਅਸੀਂ ਹੁਣ ਮਿਲ ਕੇ ਕਰਾਂਗੇ ਕੁਝ ਇੱਕ ਗੱਲਾਂ ਬਾਤਾਂ, ਕੁਝ ਇੱਕ ਖਬਰਾਂ ਜਿਹੜੀਆਂ ਨੇ ਤਾਜ਼ਾ ਤਰੀਨ ਉਹਨਾਂ ਦੇ ਉੱਤੇ ਵਿਸ਼ਲੇਸ਼ਣ ਲਵਾਂਗੇ। ਦਸਾਂਜ ਸਾਹਿਬ ਦਾ ਸਭ ਤੋਂ ਪਹਿਲਾਂ ਦਸਾਂਜ ਸਾਹਿਬ ਤੁਹਾਡਾ ਸਵਾਗਤ ਕਰਦੇ ਆਂ ਜੀ ਆਇਆਂ ਨੂੰ। बहुत बहुत शुक्रिया जी हरजीत गिल जी ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਚੰਡੀਗੜ੍ਹ ਸਟੂਡੀਓ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਹਰਜੀਤ ਗਿੱਲ ਜੀ। ਦਸਾਂਜ ਸਾਹਿਬ, ਖੇਡਾਂ ਦਾ ਮੌਸਮ ਚੱਲ ਰਿਹਾ, ਓਲੰਪਿਕ ਤੇ ਖੇਡਾਂ ਦੀਆਂ ਖਬਰਾਂ ਅੱਜ ਕੱਲ੍ਹ ਰਾਜਨੀਤੀ ਦੇ ਉੱਤੋਂ ਦੀ ਸਾਰੀਆਂ ਆ ਰਹੀਆਂ ਨੇ ਤੇ ਨਾਲ ਦੀ ਨਾਲ ਖੇਡ ਰਾਜਨੀਤੀ ਵੀ ਚੱਲਦੀ ਆ। ਭਾਰਤ ਵਿੱਚ ਤੇ ਖੇਡ ਰਾਜਨੀਤੀ ਜਿਹੜੀ ਆ ਬਹੁਤ ਚੱਲਦੀ ਆ ਤੇ ਧਿਆਨ ਚੰਦ ਦੇ ਨਾਂ ਨੂੰ ਤਾਂ ਖੇਡ ਰਤਨ ਜਿਹੜਾ ਨਾਂ ਸੀਗਾ ਬਦਲ ਕੇ ਰਾਜੀਵ ਗਾਂਧੀ ਵਾਲਾ ਉਹਨਾਂ ਦੇ ਨਾਂ ਤੇ ਕਰ ਦਿੱਤਾ ਗਾ, ਪਰ ਧਿਆਨ ਚੰਦ ਦੇ ਨਾਂ ਨੂੰ ਅਜੇ ਤੱਕ ਭਾਰਤ ਰਤਨ ਨਹੀਂ ਦਿੱਤਾ ਸਰਕਾਰ ਨੇ। ਤੇ ਇਹ ਰਾਜਨੀਤਿਕ ਗੇਮਾਂ ਜ਼ਰੂਰ ਖੇਡ ਦਿੰਦੀਆਂ ਨੇ ਸਰਕਾਰਾਂ। ਇਸ ਮੌਕੇ ਤੇ ਆ ਕੇ ਇਹਦੀ ਲੋਕੀ ਸਿਫਤ ਵੀ ਕਰ ਰਹੇ ਨੇ ਕਿ ਅੱਛਾ ਕੀਤਾ ਕਿ ਜਿਹੜਾ ਖੇਡ ਰਤਨ ਹੈ ਉਹਦਾ ਨਾਂ ਰਾਜੀਵ ਖੇਡ ਰਤਨ ਤੋਂ ਬਦਲ ਕੇ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਨਾਂ ਤੇ ਕੀਤਾ। ਪਰ ਹੈਰਾਨੀ ਇਸ ਗੱਲ ਦੀ ਵੀ ਆ ਕਿ ਇੰਨਾ ਵੱਡਾ ਉਹਨਾਂ ਦਾ ਨਾਂ ਔਰ ਉਹਨਾਂ ਦੇ ਨੂੰ ਅਜੇ ਤੱਕ ਭਾਰਤ ਰਤਨ ਜਿਹੜਾ ਇਹਦੀ ਉਪਾਧੀ ਆ ਉਹ ਨਹੀਂ ਸੀ ਮਿਲ ਸਕੀ। ਬੜੀ ਇੰਪੋਰਟੈਂਟ ਗੱਲ ਹੈ ਜੀ ਗਿੱਲ ਸਾਹਿਬ, ਮੈਂ ਇਸ ਤੇ ਗੱਲ ਕਰਨੀ ਚਾਹੂੰਗਾ। ਪਰ ਉਸ ਤੋਂ ਵੀ ਪਹਿਲਾਂ ਮੈਂ ਜਿਹੜੀਆਂ ਭਾਰਤੀ ਕੁੜੀਆਂ ਦਾ ਪ੍ਰਦਰਸ਼ਨ ਰਿਹਾ ਓਲੰਪਿਕ ਦੇ ਵਿੱਚ ਉਹਨੂੰ ਸਲੂਟ ਕਰਨਾ ਚਾਹੁੰਦਾ ਜੀ, ਸਲਾਮ ਕਰਨਾ ਚਾਹੁੰਦਾ। ਕੱਲ ਜਦੋਂ ਆਪਾਂ ਆਪਣਾ ਇਹ ਜਿਹੜਾ ਆਪਣਾ ਸੈਗਮੈਂਟ ਹੈ ਖਤਮ ਕੀਤਾ ਸੀ, ਉਸ ਤੋਂ ਤੁਰੰਤ ਬਾਅਦ ਉਹ ਮੈਚ ਸ਼ੁਰੂ ਹੋ ਗਿਆ ਸੀ ਜੀ ਤੇ ਉਹ ਮੈਚ ਸਾਰਾ ਤੁਸੀਂ ਵੀ ਦੇਖਿਆ, ਸਾਰੀ ਦੁਨੀਆ ਦੇ ਵਿੱਚ ਬੈਠੇ ਭਾਰਤੀਆਂ ਨੇ ਉਹ ਮੈਚ ਦੇਖਿਆ। ਇਸ ਅੰਦਾਜ਼ ਦੇ ਵਿੱਚ ਸਾਡੀਆਂ ਕੁੜੀਆਂ ਨੇ ਉਹ ਮੈਚ ਖੇਡਿਆ ਤੇ ਭਾਵੇਂ ਉਹ ਇੱਕ ਗੋਲ ਤੇ ਹਾਰ ਗਏ, 3-4 ਦਾ ਫਰਕ ਰਿਹਾ, ਪਰ ਉਹਦੇ ਬਾਵਜੂਦ ਮੈਂ ਸਮਝਦਾ ਕਿ ਹਾਰਨ ਦੇ ਬਾਵਜੂਦ ਵੀ ਕਰੋੜਾਂ ਲੋਕਾਂ ਦਾ ਦਿਲ ਜਿਹੜਾ ਹੈ ਸਾਡੀਆਂ ਕੁੜੀਆਂ ਨੇ ਜਿੱਤਿਆ। ਬਰਤਾਨਵੀ ਜਿਹੜੀਆਂ ਕੁੜੀਆਂ ਸੀ ਉਹਨਾਂ ਦਾ ਵੀ ਬੜਾ ਜਾਂਬਾਜ਼ ਪ੍ਰਦਰਸ਼ਨ ਰਿਹਾ ਤੇ ਉਹਨਾਂ ਨੂੰ ਵੀ ਸਲੂਟ ਕਰਨਾ ਬਣਦਾ ਕਿਉਂਕਿ ਉਹਨਾਂ ਨੇ ਵੀ ਬਹੁਤ ਬਿਹਤਰ ਪ੍ਰਦਰਸ਼ਨ ਕੀਤਾ। ਪਰ ਮੁਕਾਬਲੇ 'ਚ ਭਾਰਤੀ ਕੁੜੀਆਂ ਨੇ ਵੀ ਕਮਾਲ ਦਾ ਪ੍ਰਦਰਸ਼ਨ ਕੀਤਾ ਤੇ ਇਹ ਉਹੀ ਟੀਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਿਸ ਟੀਮ ਦੇ ਖਿਲਾਫ ਖੇਡਦਿਆਂ ਹੋਇਆ ਜਿਹੜਾ ਪੂਲ ਮੈਚ ਸੀਗਾ ਜਾਂ ਜਿਹੜਾ ਪਹਿਲੇ ਜਿਹੜਾ ਲੀਗ ਮੈਚ ਸੀ ਉਹਦੇ 'ਚ ਭਾਰਤ ਬੁਰੀ ਤਰ੍ਹਾਂ ਹਾਰਿਆ ਸੀ 4-1 ਨਾਲ। ਜਿਸ ਟੀਮ ਤੋਂ ਹਾਰਿਆ ਭਾਰਤ, ਉਸੇ ਟੀਮ ਦੇ ਖਿਲਾਫ ਜਿੱਤਣ ਦੀ ਪੋਜੀਸ਼ਨ 'ਚ ਪਹੁੰਚ ਗਿਆ ਸੀ। ਭਾਰਤ ਜਿੱਤ ਹੀ ਗਿਆ ਸੀ। ਹਾਕੀ ਕਿਉਂਕਿ ਮੌਕਿਆਂ ਦੀ ਖੇਡ ਹੈ, ਹਰ ਪਲ ਹਾਕੀ ਦੀ ਖੇਡ ਦੇ ਵਿੱਚ ਬਦਲਾਅ ਆ ਜਾਂਦਾ ਹੈ ਤੇ ਕਿਸੇ ਵੇਲੇ ਵੀ ਇਹਦਾ ਨਤੀਜਾ ਉਲਟ ਸਕਦਾ। ਕਈ ਵਾਰੀ 1 ਮਿੰਟ ਦੇ ਸਮੇਂ ਦੇ ਵਿੱਚ ਹੀ 2-2 3-3 ਗੋਲ ਹੁੰਦੇ ਰਹੇ ਆ ਤੇ ਇਸ ਕਰਕੇ ਕੁਝ ਨਹੀਂ ਪਤਾ ਲੱਗਦਾ ਕਿ ਕਿਹਨੇ ਜਿੱਤਣਾ ਕਿਹਨੇ ਹਾਰਨਾ। ਪਰ ਇੱਕ ਸਮਾਂ ਸੀ ਜਦੋਂ ਇਸ ਮੈਚ ਦੇ ਵਿੱਚ ਭਾਰਤੀ ਕੁੜੀਆਂ ਦੀ ਟੀਮ ਜਿਹੜੀ ਆ ਉਹ ਲੀਡ ਕਰ ਰਹੀ ਸੀ 3-1 ਦੇ ਨਾਲ। ਫਿਰ ਅਖੀਰ ਦੇ ਵਿੱਚ ਆਖਰੀ ਮਰਹਲੇ ਦੇ ਵਿੱਚ ਜਾਂਦਿਆਂ ਭਾਰਤੀ ਟੀਮ 1 ਗੋਲ ਦੇ ਫਰਕ ਨਾਲ ਹਾਰ ਗਈ। ਜਦੋਂ ਇਹ ਟੀਮ ਹਾਰ ਗਈ, ਆਖਰੀ ਹੂਟਰ ਵੱਜਿਆ, ਉਹ ਦ੍ਰਿਸ਼ ਬੜਾ ਭਾਵੁਕ ਕਰਨ ਵਾਲਾ ਸੀ ਜਦੋਂ ਸਾਡੀਆਂ ਕੁੜੀਆਂ ਧਾਹਾਂ ਮਾਰ ਕੇ ਰੋ ਰਹੀਆਂ ਸੀ ਤੇ ਉਹੀ ਜਿਹੜੀਆਂ ਬਰਤਾਨੀਆ ਦੀਆਂ ਕੁੜੀਆਂ ਉਹ ਉਹਨਾਂ ਨੂੰ ਹੌਸਲਾ ਦੇ ਰਹੀਆਂ ਸੀ। ਜਦੋਂ ਬਰਤਾਨੀਆ ਦੀਆਂ ਕੁੜੀਆਂ ਉਹਨਾਂ ਨੂੰ ਹੌਸਲਾ ਦੇ ਰਹੀਆਂ ਸੀ ਤੇ ਆਪਣੇ ਆਪ ਦੇ ਵਿੱਚ ਇੱਕ ਸਪੋਰਟਸਮੈਨਸ਼ਿਪ ਦੀ ਬਹੁਤ ਵੱਡੀ ਐਗਜ਼ਾਮਪਲ ਵੀ ਸੀ। ਨਾਲ ਦੀ ਨਾਲ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਖਿਆਲ ਜ਼ਰੂਰ ਆ ਰਿਹਾ ਹੋਏਗਾ ਵੀ ਇਹ ਉਹ ਭਾਰਤ ਦੀਆਂ ਕੁੜੀਆਂ ਜਿਹੜੀਆਂ ਪਿਛਲੀ ਵਾਰ 12ਵੇਂ ਨੰਬਰ ਤੇ ਸੀ ਤੇ ਇਸ ਵਾਰ 4ਥੇ ਨੰਬਰ ਤੇ ਹੈ ਤੇ 3ਜੇ ਨੰਬਰ ਤੇ ਆਉਂਦੀਆਂ ਰਹਿ ਗਈਆਂ ਤੇ ਅਸੀਂ ਹਾਰਦੀਆਂ ਬਚ ਗਈਆਂ ਇਹਨਾਂ ਤੋਂ। ਤੇ ਉਹਨਾਂ ਦੇ ਮਨ 'ਚ ਇਹ ਵੀ ਖਿਆਲ ਆ ਰਿਹਾ ਸੀ ਵੀ ਜਿਹੜੀਆਂ ਪਿਛਲੀ ਵਾਰ 12ਵੇਂ ਨੰਬਰ ਤੇ ਸੀ ਜਾਂ 4ਥੇ ਨੰਬਰ ਤੇ ਆ, ਇਹ ਅਗਲੀ ਵਾਰ ਅਗਲੇ 4 ਸਾਲ ਬਾਅਦ ਪਹਿਲੇ ਜਾਂ ਦੂਜੇ ਨੰਬਰ ਤੇ ਵੀ ਹੋਣਗੀਆਂ। ਸੋ ਮੈਂ ਇਸ ਪ੍ਰਾਪਤੀ ਨੂੰ ਬਹੁਤ ਵੱਡੀ ਸਮਝਦਾ। 41 ਸਾਲ ਬਾਅਦ ਪਹਿਲੀਆਂ 4 ਟੀਮਾਂ ਦੇ ਵਿੱਚ ਆਉਣਾ, ਇਹ ਸਾਡੀਆਂ ਦੋਹਾਂ ਟੀਮਾਂ ਦਾ ਇਹ ਵੀ ਬਹੁਤ ਵੱਡਾ ਇੱਕ ਰੁਤਬਾ ਹਾਸਲ ਕੀਤਾ ਸਾਡੀਆਂ ਟੀਮਾਂ ਨੇ, ਸਾਡੇ ਬੱਚਿਆਂ ਨੇ।
ਸੋ ਇਹਨਾਂ ਨੂੰ ਸਲਾਮ ਵੀ ਹੈ ਤੇ ਨਾਲ ਦੀ ਨਾਲ ਜਿਹੜੇ ਵੀ ਕਾਰਕ ਇਹਨਾਂ ਦੇ ਇੱਥੇ ਪਹੁੰਚਣ ਤੱਕ ਕੰਮ ਕਰਦੇ ਰਹੇ ਉਹਨਾਂ ਨੂੰ ਵੀ ਸਲਾਮ ਹੈ। ਤੇ ਬਾਕੀ ਸਰਕਾਰ ਦੀ ਜਿਹੜੀ ਨੀਤੀ ਜਾਂ ਨੀਅਤ ਹੈ ਉਹ ਆਪਾਂ ਨੂੰ ਪਤਾ ਹੀ ਹੈ, ਉਹਦੇ ਤੇ ਮੈਂ ਬਹੁਤੀ ਗੱਲ ਤਾਂ ਨਹੀਂ ਕਰਨਾ ਚਾਹੁੰਦਾ, ਪਰ ਜਿਹੜੀ ਗੱਲ ਤੁਸੀਂ ਕਹੀ ਹੈ ਹੁਣ ਉਹਦੇ ਤੇ ਜਦ ਗੱਲ ਕਰਾਂਗੇ ਤਾਂ ਗੱਲ ਫੇਰ ਆ ਜਾਣੀ ਹੈ। ਜਿਹੜੀ ਗੱਲ ਤੁਸੀਂ ਪੁੱਛੀ ਹੈ ਮੇਜਰ ਧਿਆਨ ਚੰਦ ਦੇ ਨਾਂ ਦੇ ਉੱਤੇ, ਹੁਣ ਜੇ ਉਹਦੇ ਤੇ ਗੱਲ ਕਰੀਏ ਤਾਂ ਫਿਰ ਉਹੀ ਸਰਕਾਰ ਦੀਆਂ ਗੱਲਾਂ ਹੋਣਗੀਆਂ, ਸਰਕਾਰ ਦੀ ਨੀਤੀ ਤੇ ਨੀਤ ਦੀਆਂ ਗੱਲਾਂ ਹੋਣਗੀਆਂ। ਦੇਖੋ ਮੇਜਰ ਧਿਆਨ ਚੰਦ ਨੋ ਡਾਊਟ ਭਾਰਤ ਦਾ ਜਿਹੜਾ ਸਭ ਤੋਂ ਮਹਾਨ ਹਾਕੀ ਖਿਡਾਰੀ ਰਿਹਾ। ਬਲਵੀਰ ਸਿੰਘ ਸੀਨੀਅਰ, ਮੇਜਰ ਧਿਆਨ ਚੰਦ, ਇਹ ਏਦਾਂ ਦੇ ਲੀਜੈਂਡ ਰਹੇ ਨੇ ਹਾਕੀ ਦੇ ਜਿਹੜੇ ਦੁਨੀਆ 'ਚ ਜਾਣੇ ਜਾਂਦੇ ਆ। ਈਵਨ ਬਲਵੀਰ ਸਿੰਘ ਸੀਨੀਅਰ ਤਾਂ ਇਸ ਤਰ੍ਹਾਂ ਦੇ ਖਿਡਾਰੀ ਰਹੇ ਆ ਜਿਹੜੀ ਦੁਨੀਆ ਦੇ ਵਿੱਚੋਂ ਇੱਕ ਵੀ ਕੋਈ ਹੋਰ ਹਾਕੀ ਦਾ ਖਿਡਾਰੀ ਨਹੀਂ ਹੈ ਜਿਹਦਾ ਨਾਂ ਗਨੀਜ਼ ਬੁੱਕ ਦੇ ਵਿੱਚ ਹੋਵੇ। ਬਲਵੀਰ ਸਿੰਘ ਸੀਨੀਅਰ ਦਾ ਨਾਂ ਗਨੀਜ਼ ਬੁੱਕ ਦੇ ਵਿੱਚ ਇਸ ਕਰਕੇ ਹੈ ਕਿ ਉਹਨਾਂ ਨੇ ਹਾਕੀ ਦੇ ਫਾਈਨਲ ਦੇ ਵਿੱਚ ਇਕੱਲਿਆਂ ਨੇ 5 ਗੋਲ ਕੀਤੇ ਸੀ। ਹੋਰ ਕਿਸੇ ਵੀ ਹਾਕੀ ਖਿਡਾਰੀ ਦਾ ਨਾਂ ਜਿਹੜਾ ਗਨੀਜ਼ ਬੁੱਕ 'ਚ ਨਹੀਂ ਹੈ। ਮੇਰੇ ਪੇਂਡੂ ਸੀਗੇ ਉਹ ਬਲਵੀਰ ਸਿੰਘ ਦੋਸਾਂਝ, ਬਲਵੀਰ ਸਿੰਘ ਸੀਨੀਅਰ ਉਹਨਾਂ ਨੂੰ ਕਿਹਾ ਜਾਂਦਾ ਹੈ। ਪਿੱਛੇ ਜਿਹੇ 94 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ। ਮੇਜਰ ਧਿਆਨ ਚੰਦ ਇੱਕ ਵਾਰ ਬਰਨਲ 'ਚ ਖੇਡ ਰਹੇ ਸੀ ਹਾਕੀ ਦਾ ਮੈਚ, ਉੱਥੇ ਹਿਟਲਰ ਵੀ ਬੈਠਾ ਸੀ ਤੇ ਉਸ ਮੈਚ ਦੇ ਵਿੱਚ ਜਦੋਂ ਖੇਡੇ ਤੇ ਹਿਟਲਰ ਬਾਅਦ ਵਿੱਚ ਉਹਨਾਂ ਨੂੰ ਮਿਲੇ। ਹਿਟਲਰ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਵੱਲੋਂ ਖੇਡੋ, ਜਨਮ ਨਹੀਂ ਵੱਲੋਂ, ਵੀ ਤੁਸੀਂ ਕਮਾਲ ਦੇ ਖਿਡਾਰੀ ਹੋ, ਤੁਹਾਨੂੰ ਹਰ ਤਰ੍ਹਾਂ ਦੀ ਸੁੱਖ ਸਹੂਲਤ ਮਿਲੇਗੀ। ਮੇਜਰ ਧਿਆਨ ਚੰਦ ਨੇ ਕਿਹਾ ਕਿ ਨਹੀਂ, ਮੈਂ ਭਾਰਤੀ ਹਾਂ, ਮੈਂ ਭਾਰਤ ਵੱਲੋਂ ਹੀ ਖੇਡਣਾ। ਮੇਜਰ ਧਿਆਨ ਚੰਦ ਬਾਰੇ ਇੱਕ ਕਹਾਵਤ ਹੈ, ਦੰਦ ਕਥਾਵਾਂ ਜੁੜ ਜਾਂਦੀਆਂ। ਕਈ ਵਾਰੀ ਗੱਲ ਸੱਚੀ ਨਹੀਂ ਹੁੰਦੀ ਪਰ ਉਹਦੇ ਤੋਂ ਇਹ ਰਿਫਲੈਕਟ ਹੋ ਜਾਂਦਾ ਹੈ ਵੀ ਇਹ ਬੰਦਾ ਕਿੱਦਾਂ ਦਾ ਹੈ। ਜਿੱਦਾਂ ਸਾਖੀਆਂ ਜੁੜ ਗਈਆਂ ਸਾਡੇ ਗੁਰੂ ਸਾਹਿਬਾਨ ਦੇ ਨਾਲ, ਮੇਜਰ ਧਿਆਨ ਚੰਦ ਦੇ ਨਾਲ ਇੱਕ ਦੰਦ ਕਥਾ ਜੁੜੀ ਹੋਈ ਹੈ। ਇੱਕ ਵਾਰੀ ਉਹ ਖੇਡਦੇ ਸੀ ਤੇ ਅੰਗਰੇਜ਼ ਜਿਹੜੇ ਸੀ ਉਹ ਕਹਿੰਦੇ ਵੀ ਇਹ ਬੰਦਾ ਕਿੱਦਾਂ ਦਾ ਖੇਡਦਾ, ਵੀ ਇਹ ਬਾਲ ਜਿਹੜਾ ਹੈ ਇਹਦੀ ਹਾਕੀ ਨੂੰ ਲੈਂਦਾ ਹੀ ਨਹੀਂ। ਤੇ ਉਹਦੀ ਹਾਕੀ ਚੈੱਕ ਕੀਤੀ ਗਈ ਵੀ ਕਿਤੇ ਇਹਦੀ ਹਾਕੀ 'ਚ ਚੁੰਬਕ ਤਾਂ ਨਹੀਂ ਲੱਗਾ ਹੋਇਆ ਜਿਹੜਾ ਬਾਲ ਜਿਹੜਾ ਹੈ ਇਹਦੀ ਹਾਕੀ ਨੂੰ ਲੈਂਦਾ ਹੀ ਨਹੀਂ। ਏਦਾਂ ਦਾ ਖਿਡਾਰੀ ਸੀ ਮੇਜਰ ਧਿਆਨ ਚੰਦ। ਇਹ ਗੱਲ ਸੱਚੀ ਨਹੀਂ ਹੈ, ਦੰਦ ਕਥਾ ਹੈ, ਪਰ ਉਹਦੇ ਨਾਲ ਦੰਦ ਕਥਾਵਾਂ ਉਹਦੇ ਨਾਲ ਹੀ ਜੁੜਦੀਆਂ ਜਿਹੜਾ ਘੱਟੋ ਘੱਟ ਇਸ ਲੈਵਲ ਤੇ ਪਹੁੰਚਿਆ ਹੁੰਦਾ ਤੇ ਲੋਕ ਏਦਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ। ਉਸ ਮੇਜਰ ਧਿਆਨ ਚੰਦ ਦੇ ਨਾਂ ਦੇ ਉੱਤੇ ਜੇ ਭਾਰਤੀ ਖੇਡ ਰਤਨ ਦਾ ਨਾਂ ਬਦਲ ਦਿੱਤਾ ਜਾਵੇ ਤਾਂ ਕਿਸੇ ਨੂੰ ਕੀ ਉਜਰ ਹੋ ਸਕਦਾ ਹੈ। ਰਾਜੀਵ ਗਾਂਧੀ ਖੇਲ ਰਤਨ ਦਾ ਨਾਂ ਬਦਲ ਕੇ ਮੇਜਰ ਧਿਆਨ ਚੰਦ ਖੇਲ ਰਤਨ ਕਰ ਦਿੱਤਾ ਗਿਆ, ਕਿਸੇ ਨੂੰ ਕੋਈ ਉਜਰ ਨਹੀਂ, ਕਿਸੇ ਨੂੰ ਕੋਈ ਉਜਰ। ਮੇਜਰ ਧਿਆਨ ਚੰਦ ਨੂੰ ਸਲੂਟ ਹੈ, ਸਲਾਮ ਹੈ, ਪਰ ਕਿਸੇ ਨੂੰ ਕੋਈ ਉਜਰ ਨਹੀਂ। ਪਰ ਇਹ ਜਿਹੜਾ ਨਾਂ ਬਦਲਣ ਦੀ ਰਾਜਨੀਤੀ ਉਹਦੇ ਤੇ ਤਾਂ ਗੱਲ ਕਰਨੀ ਪਊਗੀ। ਜੇ ਸੱਚਮੁੱਚ ਇਹ ਵੱਲੋਂ ਇੱਕ ਟਵੀਟ ਕੀਤਾ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਟਵੀਟ ਦੇ ਵਿੱਚ ਨਾਂ ਬਦਲ ਗਿਆ। ਕਿਤੇ ਕੋਈ ਬੈਠ ਕੇ ਕੋਈ ਫੈਸਲਾ ਹੋਇਆ ਹੋਵੇ, ਕਿਤੇ ਕੈਬਨਿਟ ਨੇ ਫੈਸਲਾ ਕੀਤਾ ਹੋਵੇ, ਕਿਤੇ ਖੇਡ ਮੰਤਰਾਲੇ ਨੇ ਫੈਸਲਾ ਕੀਤਾ ਹੋਵੇ, ਏਦਾਂ ਦਾ ਕੋਈ ਗੱਲ ਨਹੀਂ। ਸਿਰਫ ਪ੍ਰਧਾਨ ਮੰਤਰੀ ਦੀ ਮਰਜ਼ੀ ਚੱਲਦੀ ਹੈ ਨਾ। ਪ੍ਰਧਾਨ ਮੰਤਰੀ ਜਦੋਂ ਜੀ ਕਰਦਾ ਟੈਲੀਵਿਜ਼ਨ ਦੀ ਸਕਰੀਨ ਤੇ ਆ ਜਾਂਦੇ ਆ ਤੇ ਦੇਸ਼ ਨੂੰ ਬੰਧਕ ਬਣਾ ਦਿੰਦੇ ਆ। 4 ਘੰਟਿਆਂ ਦੇ ਵਿੱਚ ਜਿਹੜਾ ਸਾਰਾ ਮੁਲਕ ਜਿਹੜਾ ਆ ਉਹ ਲਾਕਡਾਊਨ 'ਚ ਹੈ। ਪ੍ਰਧਾਨ ਮੰਤਰੀ ਜਦੋਂ ਜੀ ਕਰਦਾ ਬਿਨਾਂ ਕਿਸੇ ਨੂੰ ਦੱਸਿਆ ਸਕਰੀਨ ਤੇ ਆ ਜਾਂਦੇ ਆ ਵੀ 4 ਘੰਟੇ ਦਾ ਵਕਤ ਹੈ ਤੁਹਾਡੇ ਕੋਲ, ਨੋਟਬੰਦੀ ਕਰਤੀ ਹੈ, 1000 ਤੇ 500 ਦੇ ਨੋਟ ਬੰਦ ਹੈ। ਆਪਣੀ ਸਰਕਾਰ ਦੇ ਮੰਤਰੀਆਂ ਨੂੰ ਵੀ ਨਹੀਂ ਪਤਾ ਹੁੰਦਾ ਉਹਨਾਂ ਨੂੰ। ਪ੍ਰਧਾਨ ਮੰਤਰੀ ਜਦੋਂ ਮਰਜ਼ੀ ਆ ਜਾਂਦੇ ਆ ਸਕਰੀਨ ਦੇ ਉੱਤੇ ਤੇ ਜੋ ਮਰਜ਼ੀ ਕਹਿ ਦਿੰਦੇ ਆ। ਇਕੱਲੇ ਹੀ ਆ, ਇਕੱਲੇ ਹੀ ਜੋ ਮਰਜ਼ੀ ਕਰ ਸਕਦੇ ਹੋ, ਜੋ ਮਰਜ਼ੀ ਕਰ ਸਕਦੇ ਹੋ ਬਾਰ-ਬਾਰ ਦਿਖਾਉਂਦੇ ਆ। ਦੇਖੋ ਮੇਜਰ ਧਿਆਨ ਚੰਦ ਦੇ ਨਾਂ ਦੇ ਉੱਤੇ ਇੱਕ ਨਾਂ ਬਦਲ ਦਿੱਤਾ ਗਿਆ। ਜਿੱਦਾਂ ਮੈਂ ਕਿਹਾ ਕਿ ਕਿਸੇ ਨੂੰ ਕਿਸੇ ਵੀ ਕਿਸਮ ਦਾ ਕੋਈ ਇਤਰਾਜ਼ ਨਹੀਂ ਹੈ, ਪਰ ਗੱਲ ਕਰਨੀ ਪਏਗੀ। ਇਹ ਠੀਕ ਹੈ ਕਿ ਰਾਜੀਵ ਗਾਂਧੀ ਹੋਵੇ, ਇੰਦਰਾ ਗਾਂਧੀ ਹੋਵੇ, ਜਵਾਹਰ ਲਾਲ ਨਹਿਰੂ ਹੋਵੇ, ਨਹਿਰੂ ਗਾਂਧੀ ਪਰਿਵਾਰ ਦੇ ਨਾਂ ਤੇ ਭਾਰਤ ਦੇ ਵਿੱਚ 5000 ਏਦਾਂ ਦੇ ਥਾਂ ਨੇ, ਏਦਾਂ ਦੀਆਂ ਸੰਸਥਾਵਾਂ ਨੇ
ਇਦਾਂ ਦੇ ਅਦਾਰੇ ਨੇ ਜਾਂ ਇਦਾਂ ਦੀਆਂ ਭਾਰਤ ਸਰਕਾਰ ਦੀਆਂ ਯੋਜਨਾਵਾਂ ਨੇ ਜਿਨ੍ਹਾਂ ਦਾ ਨਾਂ ਉਹਨਾਂ ਦੇ ਨਾਂ ਤੇ ਹੈ। ਸ਼੍ਰੀਮਤੀ ਇੰਦਰਾ ਗਾਂਧੀ ਦੇ ਨਾਂ ਤੇ ਜਿੱਥੋਂ ਅਸੀਂ ਏਅਰਪੋਰਟ ਤੇ ਉਤਰਦੇ ਚੜ੍ਹਦੇ ਹਾਂ ਉਹਦਾ ਨਾਂ ਹੈ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ। ਇਹਦੇ 5000 ਚੀਜ਼ਾਂ ਨੇ ਜਿਨ੍ਹਾਂ ਦਾ ਨਾਂ ਨਹਿਰੂ ਗਾਂਧੀ ਪਰਿਵਾਰ, ਉਹ ਸਾਰੇ ਬਦਲ ਦੇਣੇ ਚਾਹੀਦੇ, ਸਾਰੇ ਬਦਲ ਦੇਣੇ ਚਾਹੀਦੇ। ਪਰ ਇੱਕ ਸਵਾਲ ਇਹ ਹੈ ਵੀ ਜੇ ਰਾਜੀਵ ਗਾਂਧੀ ਖੇਲ ਰਤਨ ਦਾ ਅਵਾਰਡ ਮੇਜਰ ਧਿਆਨ ਚੰਦ ਦੇ ਨਾਂ ਤੇ ਕਰ ਦਿੱਤਾ ਗਿਆ, ਚੰਗੀ ਗੱਲ ਹੈ, ਤਾਂ ਘੱਟੋ ਘੱਟ ਜਿਹੜਾ ਨਰਿੰਦਰ ਮੋਦੀ ਦੇ ਨਾਂ ਤੇ ਸਟੇਡੀਅਮ ਬਣਿਆ ਹੋਇਆ ਉਹਦਾ ਨਾਂ ਵੀ ਬਦਲ ਦੇਣਾ ਚਾਹੀਦਾ। ਉਹਦਾ ਨਾਂ ਵੀ ਕਿਸੇ ਇਸ ਵੇਲੇ ਜਿਹੜੇ ਸਾਡੇ ਖਿਡਾਰੀ ਖੇਡ ਰਹੇ ਨੇ ਜਿਹਦੀ ਸਭ ਤੋਂ ਬੈਸਟ ਪਰਫਾਰਮੈਂਸ ਉਹਦੇ ਨਾਂ ਤੇ ਰੱਖ ਦੇਣ, ਜਾਂ ਉਹਦਾ ਨਾਂ ਇਰਫਾਨ ਪਠਾਨ ਦੇ ਨਾਂ ਤੇ ਰੱਖ ਦੇਣ। ਇਰਫਾਨ ਪਠਾਨ ਬਹੁਤ ਵੱਡਾ ਖਿਡਾਰੀ ਰਿਹਾ ਭਾਰਤੀ ਕ੍ਰਿਕਟ ਟੀਮ ਦਾ, ਉਹਦਾ ਨਾਂ ਅਜ਼ਹਰਉਦੀਨ ਦੇ ਨਾਂ ਤੇ ਰੱਖ ਦੇਣ। ਅਜ਼ਹਰਉਦੀਨ ਭਾਰਤੀ ਕ੍ਰਿਕਟ ਟੀਮ ਦਾ ਕੈਪਟਨ ਰਿਹਾ, ਉਹਦਾ ਨਾਂ ਜੇ ਹਾਕੀ ਦੇ ਵਿੱਚ ਰੱਖਣਾ, ਜੇ ਹਾਕੀ ਦਾ ਇੰਨੇ ਮੋਹ ਜਾਗ ਪਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਤਾਂ ਫਿਰ ਸ਼ਾਹਿਦ ਮੁਹੰਮਦ ਦੇ ਨਾਂ ਤੇ ਰੱਖ ਦੇਣ, ਜ਼ਫਰ ਇਕਬਾਲ ਦੇ ਨਾਂ ਤੇ ਰੱਖ ਦੇਣ। ਜ਼ਫਰ ਇਕਬਾਲ ਭਾਰਤੀ ਹਾਕੀ ਦਾ ਅਜਿਹਾ ਲੈਫਟ ਆਊਟ ਹੋਇਆ ਜਿਹੜਾ ਦੁਨੀਆ ਭਰ ਦੇ ਵਿੱਚ ਨਹੀਂ ਹੋਇਆ। ਦੁਨੀਆ ਭਰ ਦੀਆਂ ਹਾਕੀ ਟੀਮਸ ਦੇ ਵਿੱਚ ਜ਼ਫਰ ਇਕਬਾਲ ਵਰਗਾ ਲੈਫਟ ਆਊਟ ਨਹੀਂ ਕਦੀ ਹੋਇਆ। ਮੁਹੰਮਦ ਸ਼ਾਹਿਦ ਵਰਗਾ ਕੋਈ ਫਾਰਵਰਡ ਨਹੀਂ ਹੋਇਆ। ਚਲੋ ਠੀਕ ਆ, ਮੁਸਲਮਾਨ ਨੇ ਉਹ, ਉਹਨਾਂ ਦੇ ਨਾਂ ਤੇ ਨਾ ਰੱਖਣ, ਧਨਰਾਜ ਪਿੱਲੇ ਦੇ ਨਾਂ ਤੇ ਰੱਖ ਦੇਣ। ਦੁਨੀਆ ਦੀ ਹਾਕੀ ਦੇ ਵਿੱਚ ਧਨਰਾਜ ਪਿੱਲੇ ਵਰਗਾ ਸੈਂਟਰ ਫਾਰਵਰਡ ਨਹੀਂ ਹੋਇਆ ਕਦੀ, ਉਹਦੇ ਨਾਂ ਤੇ ਰੱਖ ਦੇਣ। ਇਸ ਤੋਂ ਵੀ ਅਗਲੀ ਗੱਲ ਮੈਂ ਕਰਨੀ ਚਾਹੁੰਦਾ, ਗੱਲ ਇਹ ਹੈ ਮੇਜਰ ਧਿਆਨ ਚੰਦ ਨੂੰ ਜੇ ਤੁਸੀਂ ਸਲੂਟ ਕਰਨਾ, ਜੇ ਤੁਸੀਂ ਹਾਕੀ ਨੂੰ ਸੱਚਮੁੱਚ ਚਾਹੁੰਦੇ ਹੋ ਵੀ ਹਾਕੀ ਸਾਡੀ ਕੌਮੀ ਖੇਡ ਹੈ, ਇਹਨੂੰ ਉੱਪਰ ਚੱਕਣਾ, ਨਾਂ ਬਦਲ ਦੇਣ ਦੇ ਨਾਲ, ਕਿਸੇ ਪੁਰਸਕਾਰ ਦਾ ਨਾਂ ਬਦਲ ਦੇਣ ਦੇ ਨਾਲ ਤਾਂ ਹਾਕੀ ਦੀ ਕਿਸਮਤ ਨਹੀਂ ਬਦਲਦੀ। ਤੁਸੀਂ ਕਿਉਂ ਨਹੀਂ ਕਰਦੇ ਇਹ ਵੀ ਘੱਟੋ ਘੱਟ ਦੇਸ਼ ਭਰ ਦੇ ਵਿੱਚ 50 ਕਿਲੋਮੀਟਰ ਜਾਂ 100 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹੀ ਮੇਜਰ ਧਿਆਨ ਚੰਦ ਦੇ ਨਾਂ ਦੇ ਉੱਤੇ ਹਾਕੀ ਦੀ ਅਕੈਡਮੀਜ਼ ਖੋਲੋ। ਨਾਂ ਬਦਲਣ ਦੇ ਨਾਲ ਤੁਹਾਡੀ ਕਿਸਮਤ ਨਹੀਂ ਬਦਲ ਜਾਂਦੀ। ਨਾਂ ਬਦਲਣ ਦੀ ਰਾਜਨੀਤੀ ਜਿਹੜੀ ਆ ਬੜੇ ਲੰਮੇ ਸਮੇਂ ਤੋਂ ਚੱਲਦੀ ਹੈ। ਨਾਂ ਬਦਲਣ ਦੀ ਰਾਜਨੀਤੀ ਦੇ ਵਿੱਚ ਤੁਸੀਂ ਸ਼ਹਿਰਾਂ ਦੇ ਨਾਂ ਬਦਲਤੇ, ਬੰਬਈ ਦਾ ਨਾਂ ਜਾਂ ਬੰਬੇ ਦਾ ਨਾਂ ਬਦਲ ਕੇ ਮੁੰਬਈ ਕਰ ਦੇਣ ਦੇ ਨਾਲ ਜਿਹੜੀ ਬੰਬਈ ਦੀ ਨੀਅਰ ਅਬਾਊਟ 5 ਲੱਖ 6 ਲੱਖ ਦੀ ਜਿਹੜੀ ਆਬਾਦੀ ਆ ਝੁੱਗੀ ਝੋਪੜੀ ਵਾਲਿਆਂ ਦੀ ਇਕਸਾਰ ਜਿਹਨੂੰ ਧਾਰ ਵੀ ਕਿਹਾ ਜਾਂਦਾ, ਉਹਨਾਂ ਲੋਕਾਂ ਦੀ ਕਿਸਮਤ ਥੋੜ੍ਹਾ ਬਦਲ ਜਾਣੀ ਹੈ। ਗੁੜਗਾਉਂ ਦਾ ਨਾਂ ਗੁਰੂ ਗ੍ਰਾਮ ਕਰ ਦੇ ਨਾਲ ਗੁੜਗਾਉਂ ਦੇ ਜਿਹੜੇ ਕਿਰਤੀ ਲੋਕ ਆ, ਸਧਾਰਨ ਬੰਦੇ ਆ, ਜਿਨ੍ਹਾਂ ਨੂੰ 2 ਵਕਤ ਦੀ ਰੋਟੀ ਨਹੀਂ ਮਿਲਦੀ, ਉਹਨਾਂ ਦੀ ਕਿਸਮਤ ਥੋੜ੍ਹਾ ਬਦਲ ਜਾਣੀ ਹੈ। ਸੋ ਇਸੇ ਤਰ੍ਹਾਂ ਰਾਜੀਵ ਗਾਂਧੀ ਖੇਲ ਰਤਨ ਦਾ ਨਾਂ ਬਦਲ ਦੇਣ ਦੇ ਨਾਲ, ਮੇਜਰ ਧਿਆਨ ਚੰਦ ਖੇਲ ਰਤਨ ਰੱਖਣ ਦੇਣ ਦੇ ਨਾਲ ਭਾਰਤੀ ਹਾਕੀ ਦੀ ਕਿਸਮਤ ਨਹੀਂ ਬਦਲਦੀ। ਭਾਰਤੀ ਹਾਕੀ ਦੀ ਕਿਸਮਤ ਨੂੰ ਬਦਲਣ ਵਾਸਤੇ ਨਵੀਨ ਕੁਮਾਰ ਪਟਨਾਇਕ ਵਰਗੀ ਸਮਝ ਚਾਹੀਦੀ ਹੈ, ਸੂਝ ਚਾਹੀਦੀ ਹੈ, ਪ੍ਰਤੀਬੱਧਤਾ ਚਾਹੀਦੀ ਹੈ। ਇਹ ਸਰਕਾਰ ਕੋਲ ਹੈ? ਇਸ ਗੱਲ ਦਾ ਜਵਾਬ ਸਰਕਾਰ ਕੋਲ ਨਹੀਂ ਹੈ। ਨਹੀਂ ਹੈ ਜਵਾਬ, ਉਹ ਕਹਿਣਾ ਨਹੀਂ, ਕਿਉਂਕਿ ਨਹੀਂ ਕਹਿ ਨਹੀਂ ਸਕਦੀ ਸਰਕਾਰ। ਸਰਕਾਰ ਤਾਂ ਸਿਰਫ ਗੱਲਾਂ ਕਰ ਸਕਦੀ ਹੈ, ਟਵੀਟ ਕਰ ਸਕਦੀ ਹੈ। ਉਹੀ ਕੁਝ ਇਸ ਮਾਮਲੇ 'ਚ ਕੀਤਾ ਗਿਆ। ਬਿਲਕੁਲ ਜੀ, ਕਾਫੀ ਜ਼ਿਆਦਾ ਹੋ ਗਿਆ। ਅੱਜ ਸਾਡੇ ਵੀ ਇੱਥੇ ਖੁਸ਼ੀ ਵਾਲਾ ਦਿਨ ਹੈ ਕਿ ਇੱਥੋਂ ਕੈਨੇਡਾ ਦੀਆਂ ਜਿਹੜੀਆਂ ਲੜਕੀਆਂ ਦੀ ਟੀਮ ਹੈ ਸੌਕਰ ਦੀ, ਫੁੱਟਬਾਲ ਦੀ, ਉਹਨੂੰ 골ਡ ਮੈਡਲ ਮਿਲਿਆ ਜੀ। ਤੇ ਉਹ ਵੀ ਪਲੰਟੀ ਸ਼ੂਟ ਆਊਟ ਦੇ ਵਿੱਚ ਉਹਨਾਂ ਨੂੰ ਮਿਲਿਆ ਸੀਗਾ, ਕਿਉਂਕਿ ਦੋਨੇ ਪਾਸੇ ਤਕੜਾ ਮੁਕਾਬਲਾ ਸੀਗਾ। ਸੋ 골ਡ ਮੈਡਲ ਜਿਹੜਾ ਕੈਨੇਡਾ ਨੂੰ ਮਿਲਿਆ ਅੱਜ ਵਾਲਾ, ਇਹਦੀ ਵੀ ਕਾਫੀ ਸਰਾਹਨਾ ਕੀਤੀ ਜਾ ਰਹੀ ਹੈ। ਵੈਸੇ ਵੀ ਟੈਲੀ ਵਿੱਚ ਕੈਨੇਡਾ ਦਾ ਥਾਂ ਜਿਹੜਾ ਹੈ ਉਹ ਬੜਾ ਰਿਸਪੈਕਟੇਬਲ ਥਾਂ ਦੇ ਉੱਤੇ ਟੈਲੀ 'ਚ ਹੈ। ਹਾਲਾਂਕਿ ਸਾਡਾ ਪਿੱਛੇ ਛੱਡਿਆ ਮੁਲਕ ਜਿਹੜਾ, ਜਿੱਥੇ ਸਾਡੀ ਜਨਮ ਭੂਮੀ ਆ, ਉਹ ਕਾਫੀ ਪਛੜਿਆ ਨਜ਼ਰ ਆਉਂਦਾ। ਪਰ ਇਸ ਵਾਰ ਚੰਗਾ ਲੱਗ ਰਿਹਾ ਹੈ ਕਿ ਅਸੀਂ ਉਹ ਪੋਜ਼ੀਟਿਵ ਗੱਲਾਂ ਕਰ ਰਹੇ ਹਾਂ ਸਪੋਰਟਸ ਨੂੰ ਲੈ ਕੇ। ਕਾਫੀ ਸਾਰੀਆਂ ਪੋਜ਼ੀਟਿਵ ਗੱਲਾਂ ਹੋਈਆਂ ਨੇ, ਖਾਸ ਕਰ ਹਾਕੀ ਨੂੰ ਲੈ ਕੇ ਜਾਂ ਕੁਝ ਹੋਰ ਗੇਮਾਂ ਨੂੰ ਲੈ ਕੇ ਵੀ ਅੱਛਾ ਪ੍ਰਦਰਸ਼ਨ ਹੋਇਆ। ਮੈਡਲ ਮਿਲਿਆ ਨਹੀਂ ਮਿਲਿਆ ਉਹ ਅਲੱਗ ਗੱਲ ਹੈ। ਤੇ ਕੁਝ ਇੱਕ ਹੋਰ ਖਬਰਾਂ ਤੇ ਵੀ ਆਪਾਂ ਝਾਤ ਪਾ ਲਈਏ। ਇੱਕ ਖਬਰ ਤਾਂ ਅਫਗਾਨਿਸਤਾਨ ਤੋਂ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਚਾਹ ਰਿਹਾ ਉਹ ਇਹ ਹੈ ਕਿ ਅਫਗਾਨਿਸਤਾਨ ਦੇ ਵਿੱਚ ਕਿਹਾ ਜਾਂਦਾ ਹੈ ਕਿ ਤਾਲਿਬਾਨ ਬੜੀ ਤੇਜ਼ੀ ਨਾਲ ਕਾਬਜ਼ ਹੋ ਰਿਹਾ। ਪਹਿਲਾਂ ਇਹ ਖਬਰਾਂ ਆ ਰਹੀਆਂ ਸੀ ਕਿ 90% ਬਾਰਡਰ ਬੈਲਟ ਜਿੰਨੀਆਂ ਨੇ ਮੁਲਕਾਂ ਨਾਲ ਲੱਗਦੀਆਂ ਉੱਤੇ ਉਹ ਲਗਭਗ ਕਾਬਜ਼ ਹੋ ਗਿਆ, ਤੇ ਜਿਹੜੀਆਂ ਸਰਕਾਰੀ ਫੌਜਾਂ ਨੇ ਉਹ ਕੋਈ ਕਿਤੇ ਪਨਾਹ ਲੈ ਰਹੀ ਹੈ, ਕੋਈ ਕਿਤੇ। ਤੇ ਹੁਣ ਇੱਕ ਪ੍ਰੋਵਿੰਸ ਦੀ ਰਾਜਧਾਨੀ ਵੀ ਉਹਨਾਂ ਦੇ ਕਬਜ਼ੇ 'ਚ ਆ ਗਈ ਆ, ਤੇ ਸ਼ਾਇਦ ਅਗਲਾ ਨਿਸ਼ਾਨਾ ਉਹਨਾਂ ਦਾ ਕੰਧਾਰ ਹੋਏਗਾ।
ਸੌਰੀ, ਕਿਉਂਕਿ ਕੰਧਾਰ ਪਿਛਲੀ ਵਾਰ ਉਹਨਾਂ ਦਾ ਗੜ੍ਹ ਸੀਗਾ ਤੇ ਕੰਧਾਰ ਤੋਂ ਬਾਅਦ ਫਿਰ ਕਾਬਲ ਹੀ ਰਹਿ ਜਾਣਾ ਜੀ, ਤੇ ਹੌਲੀ ਹੌਲੀ ਹਾਲਾਤ ਬਣ ਰਹੇ ਆ। ਦੂਜੇ ਪਾਸੇ ਤਾਲਿਬਾਨ ਜਿਹੜੇ ਆ ਉਹ ਚਾਈਨਾ ਪਹੁੰਚ ਗਏ ਮਗਰੇ ਮਗਰ ਹੀ, ਜਦੋਂ ਸ਼ਾਹ ਮਹਿਮੂਦ ਕੁਰੈਸ਼ੀ ਜੀ ਚਾਈਨਾ ਸਰਕਾਰ ਨਾਲ ਕੋਈ ਗੱਲਬਾਤ ਕਰਕੇ ਆਏ, ਤੇ ਹੁਣ ਤਾਲਿਬਾਨ ਦੀ ਲੀਡਰਸ਼ਿਪ ਵੀ ਚਾਈਨਾ ਨਾਲ ਉੱਥੇ ਜਾ ਕੇ ਗੱਲ ਕਰ ਰਹੀ ਆ। ਸੋ ਚਾਈਨਾ ਦਾ ਕਿ ਕਾਫੀ ਰੋਲ ਮੈਨੂੰ ਨਜ਼ਰ ਆ ਰਿਹਾ, ਭਾਵੇਂ ਉਹ ਲੁਕਵੇਂ ਰੂਪ ਵਿੱਚ ਹੈ। ਤੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਚਾਈਨਾ ਕਿਉਂਕਿ ਵਪਾਰੀ ਮੁਲਕ ਹੈ, ਉਹ ਕਿਸੇ ਮੁਲਕ ਦੇ ਵਿੱਚ ਦਖਲ ਨਹੀਂ ਦੇਗਾ। ਮੈਨੂੰ ਲੱਗਦਾ ਹੈ ਕਿ ਮਹਾਂਸ਼ਕਤੀ ਵਾਲਾ ਜਿਹੜਾ ਦਿਖਾਉਣੇ ਹੁੰਦੇ ਆ ਨਾ ਜੀ ਆਪਣੇ ਜਲਵੇ, ਪਹਿਲਾਂ ਰਸ਼ੀਆ ਨੇ ਦਿਖਾਏ, ਫਿਰ ਅਮਰੀਕਾ ਨੇ, ਤੇ ਹੁਣ ਸ਼ਾਇਦ ਚਾਈਨਾ ਦੀ ਵਾਰੀ ਨਾ ਆ ਜੇ, ਕਿਤੇ ਮੌਕਾ ਐਸਾ ਨਾ ਬਣ ਜੇ ਕਿ ਚਾਈਨਾ ਉੱਥੇ ਸਿੱਧੇ ਤੌਰ ਤੇ ਦਖਲ ਦੇਵੇ। ਤਾਜ਼ਾ ਖਬਰ ਜਿਹਦਾ ਤੁਸੀਂ ਜ਼ਿਕਰ ਕੀਤਾ ਕਿ ਕੁਝ ਖਬਰਾਂ ਆ ਰਹੀਆਂ ਨੇ ਉਧਰੋਂ ਅਫਗਾਨਿਸਤਾਨ ਤੋਂ ਤਾਲਿਬਾਨ ਦੀਆਂ, ਈਰਾਨ ਦੀ ਸਰਹੱਦ ਦੇ ਨਾਲ ਇੱਕ ਲੱਗਾ ਹੋਇਆ ਇਲਾਕਾ ਹੈ ਜਰਾਂਜ਼, ਉੱਤੇ ਕਬਜ਼ਾ ਕੀਤਾ ਤਾਲਿਬਾਨ ਨੇ। ਬਿਲਕੁਲ ਇਹ ਅਫਗਾਨਿਸਤਾਨ ਦੀ ਪਹਿਲੀ ਜਿਹੜੀ ਸੂਬਾਈ ਰਾਜਧਾਨੀ ਮੰਨੀ ਜਾਂਦੀ, ਜੀ 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 ਪ੍ਰੋਵਿੰਸ ਦੀ ਰਾਜਧਾਨੀ ਮੰਨੀ ਜਾਂਦੀ ਹੈ। ਤੇ ਕਬਜ਼ਾ ਇੱਕ ਜੇਲ੍ਹ ਤੇ ਹਮਲਾ ਕੀਤਾ ਇਹਨਾਂ ਨੇ ਤੇ ਆਪਣੇ ਸਾਥੀਆਂ ਨੂੰ ਉੱਥੋਂ ਛੁਡਵਾਇਆ, ਤੇ ਸਰਕਾਰੀ ਜਿਹੜੇ ਅਫਸਰ ਸੀ ਉੱਥੋਂ ਦੇ ਉਹ ਆਪਣੀ ਜਾਨ ਦੀ ਦੁਹਾਈ ਦੇ ਕੇ ਉੱਥੋਂ ਸ਼ਹਿਰ ਛੱਡ ਕੇ ਦੌੜ ਗਏ। ਤੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਉੱਥੇ ਦਾ ਬਣਿਆ। ਸੋ ਲਗਭਗ ਕਬਜ਼ਾ ਜਿਹੜਾ ਆ ਤਾਲਿਬਾਨ ਦਾ ਉਹ ਵੱਧਦਾ ਜਾ ਰਿਹਾ, ਤੇ ਨਾਲ ਦੀ ਨਾਲ ਫਿਰ ਜਿਹੜੇ ਗੁਆਂਢ ਚ ਮੁਲਕ ਨੇ ਉਹਨਾਂ ਤੇ ਉਹਦਾ ਅਸਰ ਹੋਣਾ ਹੀ ਹੈ। ਗੁਆਂਢ ਦੇ ਜਿਹੜੇ ਮੁਲਕ ਨੇ, ਤੇ ਚਾਹੇ ਉਹ ਚਾਈਨਾ ਹੋਵੇ, ਚਾਹੇ ਪਾਕਿਸਤਾਨ ਹੋਵੇ, ਚਾਹੇ ਭਾਰਤ ਹੋਵੇ, ਤੇ ਇਹਨਾਂ ਮੁਲਕਾਂ ਦੇ ਜਿਹੜੇ ਲੋਕ ਨੇ ਉਹਨਾਂ 'ਚ ਤਾਂ ਚਿੰਤਾ ਹੈਗੀ ਆ, ਪਰ ਇਹਨਾਂ ਮੁਲਕਾਂ ਦੇ ਜਿਹੜੇ ਆਫੀਸ਼ੀਅਲਸ ਨੇ ਜਾਂ ਸਰਕਾਰਾਂ ਨੇ ਉਹ ਆਪਣੇ ਆਪਣੇ ਤਰੀਕੇ ਨਾਲ ਅਫਗਾਨਿਸਤਾਨ ਦੇ ਨਾਲ ਰਿਸ਼ਤੇ ਕਿੱਦਾਂ ਦੇ ਹੋਣ, ਅਫਗਾਨਿਸਤਾਨ 'ਤੇ ਜਿਨ੍ਹਾਂ ਦਾ ਕਬਜ਼ਾ ਹੋਣ ਜਾ ਰਿਹਾ ਤਾਲਿਬਾਨ ਦੇ ਨਾਲ ਰਿਸ਼ਤੇ ਕਿੱਦਾਂ ਦੇ ਹੋਣ, ਉਹਦੇ ਤੇ ਆਪਣੀ ਆਪਣੀ ਸਟ੍ਰੈਟਜੀ ਦੇ ਮੁਤਾਬਕ ਕੰਮ ਕਰਦੇ ਨੇ। ਚਾਈਨਾ ਇਸ ਸਾਰੇ ਹਾਲਾਤ ਨੂੰ ਆਪਣੇ ਢੰਗ ਦੇ ਨਾਲ ਦੇਖ ਰਿਹਾ, ਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਕਦੇ ਸੋਵੀਅਤ ਯੂਨੀਅਨ, ਕਦੇ ਅਮਰੀਕਾ, ਸ਼ਾਇਦ ਹੁਣ ਚਾਈਨਾ ਇਹ ਵਾਰੀ ਲੈਣਾ ਚਾਹੁੰਦਾ ਹੈ। ਪਰ ਚਾਈਨਾ ਨੂੰ ਇਹ ਜ਼ਰੂਰ ਇਹ ਸਮਝ ਲੈਣਾ ਚਾਹੀਦਾ ਵੀ ਨਾ ਤਾਂ ਉੱਥੇ ਸੋਵੀਅਤ ਯੂਨੀਅਨ ਰਿਹਾ ਤੇ ਨਾ ਅਮਰੀਕਾ ਰਿਹਾ। ਜੇ ਕਿਤੇ ਕੋਤਾਹੀ ਜੇ ਗਲਤੀ ਚਾਈਨਾ ਵੀ ਕਰਦਾ ਹੈ ਉਸੇ ਤਰ੍ਹਾਂ ਦੀ ਆਪਣੇ ਇੰਟਰਸਟ ਨੂੰ ਦੇਖਦਿਆਂ ਹੋਇਆਂ, ਭਾਵੇਂ ਫਿਜ਼ੀਕਲੀ ਨਾ ਵੀ ਸੀ, ਕਿਸੇ ਹੋਰ ਢੰਗ ਦੇ ਨਾਲ ਚਾਈਨਾ ਜੇ ਅਫਗਾਨਿਸਤਾਨ ਦੇ ਵਿੱਚ ਉਹ ਦਖਲ ਦਿੰਦਾ ਜਾਂ ਓਪਨਲੀ ਉਹਦੇ ਵਿੱਚ ਸ਼ਾਮਲ ਹੁੰਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਤਾਂ ਫਿਰ ਗਰਦਨ ਛਡਾਉਣੀ ਔਖੀ ਹੋ ਜਾਣੀ ਹੈ। ਇਹ ਚਾਈਨਾ ਨੂੰ ਸਮਝ ਲੈਣਾ ਚਾਹੀਦਾ, ਕਿਉਂਕਿ ਇਤਿਹਾਸ ਇਸ ਗੱਲ ਦਾ ਗਵਾਹ ਆ ਵੀ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਜਾਂ ਅਫਗਾਨਿਸਤਾਨ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕੀਤੀ ਗਈ, ਚਾਹੇ ਉਹ ਸੋਵੀਅਤ ਯੂਨੀਅਨ ਵੱਲੋਂ ਕੀਤੀ ਗਈ, ਚਾਹੇ ਉਹ ਅਮਰੀਕਾ ਵੱਲੋਂ ਕੀਤੀ ਗਈ, ਉਹਦਾ ਨਤੀਜਾ ਅਖੀਰ 'ਚ ਕੀ ਹੋਇਆ ਉਹ ਆਪਣੇ ਸਾਹਮਣੇ ਹੈ। ਤੇ ਫਿਰ ਗਰਦਨ ਛਡਾਉਣੀ ਔਖੀ ਹੋ ਜਾਂਦੀ ਹੈ। ਭਾਰਤ ਜਾਂ ਪਾਕਿਸਤਾਨ ਦੇ ਆਪੋ ਆਪਣੇ ਇੰਟਰਸਟ ਨੇ, ਭਾਰਤ ਦਾ ਵੀ ਅਰਬਾਂ ਰੁਪਇਆ ਉੱਥੇ ਲੱਗਾ ਹੋਇਆ ਅਫਗਾਨਿਸਤਾਨ ਦੇ ਵਿੱਚ। ਪਾਕਿਸਤਾਨ ਤਾਲਿਬਾਨ ਦੇ ਨਾਲ ਤਾਲਮੇਲ ਕਰਕੇ ਬਹੁਤ ਕੁਝ ਜਿਹੜਾ ਅਚੀਵ ਕਰਨਾ ਚਾਹੁੰਦਾ, ਉਹ ਭਾਰਤ ਦੇ ਖਿਲਾਫ ਸ਼ਾਇਦ ਕੁਝ ਚੀਜ਼ਾਂ ਵਰਤਣੀਆਂ ਚਾਹੁੰਦਾ, ਤੇ ਉਹਦੇ ਨਤੀਜੇ ਵੀ ਪਾਕਿਸਤਾਨ ਨੂੰ ਮਹਿੰਗੇ ਪੈਣੇ ਆ। ਤੇ ਚਾਈਨਾ ਜਿਹੜਾ ਆਪਣੇ ਢੰਗ ਦੇ ਨਾਲ ਉਹ ਸਾਰੀਆਂ ਚੀਜ਼ਾਂ ਦੇਖ ਰਿਹਾ, ਪਰ ਫਿਰ ਵੀ ਵਾਰ-ਵਾਰ ਉਹੀ ਗੱਲ ਸਾਹਮਣੇ ਆਉਂਦੀ ਹੈ ਵੀ ਬਗਾਨੇ ਮੁਲਕ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਖਲ ਜਿਹੜਾ ਹੈ ਕਦੇ ਵੀ ਵਾਜਬ ਨਹੀਂ ਹੁੰਦਾ ਤੇ ਕਦੇ ਵੀ ਤੁਹਾਨੂੰ ਸੂਟ ਨਹੀਂ ਕਰਦਾ। ਉਹਦਾ ਅਲਟੀਮੇਟਲੀ ਨੁਕਸਾਨ ਹੀ ਹੋਇਆ ਕਰਦਾ, ਤੇ ਕਈ ਵਾਰੀ ਬਹੁਤ ਸਾਰੇ ਮਾਮਲੇ ਆਤਮਘਾਤੀ ਹੋ ਜਾਇਆ ਕਰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਣਾ। ਇਸ ਖਿੱਤੇ ਵਿੱਚ ਦਸਾਂਝ ਸਾਹਿਬ, ਈਰਾਨ ਵੀ ਇੱਕ ਬੜਾ ਅਹਿਮ ਮੁਲਕ ਹੈ, ਤੇ ਭਾਰਤ ਦੇ ਵਿਦੇਸ਼ ਮੰਤਰੀ 1 ਮਹੀਨੇ 'ਚ ਦੂਜੀ ਵਾਰ ਈਰਾਨ ਗਏ ਨੇ, ਤੇ ਕੁਝ ਜਿਹੜੇ ਮੀਡੀਆ ਹਾਊਸਸ ਨੇ, ਇੰਟਰਨੈਸ਼ਨਲ ਮੀਡੀਆ ਹਾਊਸਸ, ਉਹ ਇਹ ਦੇਖ ਰਹੇ ਨੇ ਕਿ ਕੋਈ ਖਿਚੜੀ ਭਾਰਤ ਤੇ ਈਰਾਨ ਦੇ ਦਰਮਿਆਨ ਵੀ ਪੱਕ ਰਹੀ ਆ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਦੇ ਦਬਾਅ ਹੇਠ ਆ ਕੇ ਭਾਰਤ ਨੇ ਜਿਹੜਾ ਈਰਾਨ ਕੋਲੋਂ ਤੇਲ ਲੈਣਾ ਸੀ ਉਹ ਬੰਦ ਕਰ ਦਿੱਤਾ ਸੀ। ਕਿਹਾ ਜਾਂਦਾ ਸੀ ਉਹ ਪੇਕ ਤੋਂ ਬਾਹਰ ਜਾ ਕੇ ਸਸਤੇ ਰੇਟਾਂ 'ਚ ਭਾਰਤ ਨੂੰ ਤੇਲ ਵੇਚਦਾ ਹੁੰਦਾ ਸੀਗਾ, ਪਰ ਭਾਰਤ ਵਿੱਚ ਤੇਲ ਦੀ ਖਪਤ ਜਿੰਨੀ ਜ਼ਿਆਦਾ ਆ, ਹਰ ਕੰਟਰੀ ਚਾਹੇਗਾ ਕਿ ਤੇਲ ਸਾਡਾ ਜਿਹੜਾ ਉਹ ਵਿਕਦਾ ਰਹੇ। ਈਰਾਨ ਨਾਲ ਇਸ ਗੱਲ ਤੋਂ ਵੀ ਨਾਰਾਜ਼ਗੀ ਭਾਰਤ ਦੀ ਹੋਈ। ਦੂਸਰਾ, ਜਦੋਂ ਦੀ ਮੋਦੀ ਸਰਕਾਰ ਆਈ ਆ, ਇਜ਼ਰਾਈਲ ਨਾਲ ਇਹਨਾਂ ਦੇ ਸੰਬੰਧ ਬੜੇ ਗੂੜੇ ਹੋਏ,
ਤੇ ਇਜ਼ਰਾਈਲ ਜਿਹੜਾ ਆ ਉਹ ਈਰਾਨ ਤੇ ਇਜ਼ਰਾਈਲ ਆਪੋ 'ਚ ਕੱਟੜ ਦੁਸ਼ਮਣ ਮੁਲਕ ਨੇ। ਤੇ ਫਿਰ ਈਰਾਨ ਵਾਲਿਆਂ ਨੇ ਵੀ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਨੇ ਉਹ ਕਸ਼ਮੀਰ ਇਸ਼ੂ ਤੇ ਕੋਈ ਸਟੇਟਮੈਂਟ ਦੇਣੀਆਂ ਸ਼ੁਰੂ ਕਰਤੀਆਂ ਜਿਹੜੀਆਂ ਭਾਰਤ ਨੂੰ ਚੰਗੀਆਂ ਨਹੀਂ ਲੱਗੀਆਂ। ਤੇ ਹੁਣ ਇਹ ਪੈਚਅਪ ਹੋਣ ਦੀ ਕੋਸ਼ਿਸ਼ ਜਿਹੜੀ ਹੋ ਰਹੀ ਆ, ਬਾਰ-ਬਾਰ ਸਾਡੇ ਵਿਦੇਸ਼ ਮੰਤਰੀ ਦਾ ਉੱਥੇ ਪਹੁੰਚਣਾ ਤੇ ਜਿਹੜੀ ਕੋਈ ਗੱਲ ਚੱਲ ਰਹੀ ਹੈ ਉਹਦਾ ਕੋਈ ਮਤਲਬ ਸਾਹਮਣੇ ਤਾਂ ਨਹੀਂ ਆ ਰਹੀ, ਪਰ ਸਬੰਧਾਂ ਨੂੰ ਸੁਧਾਰਨ ਲਈ ਜਾਂ ਖਿੱਤੇ ਦੇ ਵਿੱਚ ਇੱਕ ਬੈਲੈਂਸ ਰੱਖਣ ਦੀ ਕਵਾਇਦ ਵੀ ਲੱਗਦੀ ਆ ਕਿ ਜੇ ਅਫਗਾਨਿਸਤਾਨ 'ਚ ਤਾਲਿਬਾਨ ਆ ਜਾਂਦੇ ਆ ਤੇ ਈਰਾਨ ਵਾਲੇ ਪਾਸਿਓਂ ਸਾਡਾ ਕੋਈ ਮੁਲਕ ਦੋਸਤ ਰਵੇ। ਕਦੀ ਇਰਾਕ ਭਾਰਤ ਦਾ ਬਹੁਤ ਚੰਗਾ ਦੋਸਤ ਰਿਹਾ ਆ। ਇਰਾਕ ਈਰਾਨ ਯੁੱਧ ਲੰਬਾ ਸਮਾਂ 14 ਸਾਲ ਚੱਲਦਾ ਰਿਹਾ, ਉਹਦੇ ਵਿੱਚ ਮਾੜੀ ਮੋਟੀ ਤਰਫਦਾਰੀ ਭਾਰਤ ਜਿਹੜਾ ਆ ਉਹ ਇਰਾਕ ਦੀ ਕਰਦਾ ਰਿਹਾ। ਫਿਰ ਇਰਾਕ ਦੇ ਹਾਲਾਤ ਬਦਲੇ, ਉੱਥੇ ਵੀ ਦਖਲ ਹੋਇਆ ਅਮਰੀਕਾ ਦਾ, ਸਦਾਮ ਹੁਸੈਨ ਵਾਲੀ ਘਟਨਾ ਸਾਨੂੰ ਸਭ ਨੂੰ ਪਤਾ ਹੈ। ਤੇ ਹੁਣ ਈਰਾਨ ਦੁਨੀਆ ਦੇ ਜਿੱਦਾਂ ਚਾਈਨਾ ਇਸ ਵੇਲੇ ਰੜਕਦਾ ਹੈ ਨਾ ਜੀ, ਇਸ ਤਰ੍ਹਾਂ ਕਿਤੇ ਨਾ ਕਿਤੇ ਈਰਾਨ ਵੀ ਜਿਹੜਾ ਆ ਉਹ ਜਿਹੜੇ ਵੈਸਟਰਨ ਕੰਟਰੀ ਉਹਨਾਂ ਨੂੰ ਰੜਕਦਾ ਹੈ। ਹਾਲਾਂਕਿ ਉਹ ਸ਼ੀਆ ਮੁਲਕ ਹੈ ਤੇ ਦੂਜੇ ਪਾਸੇ ਸਾਊਦੀ ਵਗੈਰਾ ਵਾਲੇ ਜਿਹੜੇ ਆ ਉਹ ਸਾਰੇ ਅਮਰੀਕਾ ਨਾਲ ਮਿਲ ਕੇ ਚੱਲਦੇ ਨੇ, ਪਰ ਇਹ ਖਿੱਤੇ ਦੇ ਵਿੱਚ ਭਾਰਤ ਦਾ ਤੇ ਈਰਾਨ ਦਾ ਕੁਝ ਜੋੜ ਹੁੰਦਾ ਆ ਕਿਸੇ ਤਰੀਕੇ ਦਾ, ਜਾਂ ਕਿਸ ਤਰ੍ਹਾਂ ਦੀ ਸਿਆਸਤ ਚੱਲਦੀ ਹੋਏਗੀ, ਤੁਸੀਂ ਉਹਦੇ ਬਾਰੇ ਕੋਈ ਕਮੈਂਟ ਕਰੋਗੇ? ਦੇਖੋ, ਗੱਲ ਆ ਵੀ ਭਾਰਤ ਦੀ ਜਿਹੜੀ ਫੋਰਨ ਪਾਲਿਸੀ ਜਿਹੜੀ ਆ ਉਹ ਕਦੇ ਵੀ ਸਪਸ਼ਟ ਨਹੀਂ ਹੋਈ ਜਦੋਂ ਤੋਂ 7.5 ਸਾਲ ਤੋਂ ਭਾਰਤ ਦੀ ਸਰਕਾਰ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਕੰਮ ਕਰਦੀ ਹੈ। ਮਸਲਾ ਇਹ ਹੈ ਕਿ ਨਰਿੰਦਰ ਮੋਦੀ ਹੋਰੀ ਇਕੱਲੇ ਤੌਰ ਦੇ ਉੱਤੇ ਬਹੁਤੀਆਂ ਚੀਜ਼ਾਂ ਜਿਹੜੀਆਂ ਕਰਦੇ ਨੇ, ਲੱਗਦਾ ਹੀ ਨਹੀਂ ਹੈ ਕਿ ਨਰਿੰਦਰ ਮੋਦੀ ਤੋਂ ਬਿਨਾਂ ਕੋਈ ਹੋਰ ਮਹਿਕਮੇ ਦੇ ਮੰਤਰੀ ਵੀ ਸਾਡੇ ਕੋਲ ਹੈਗੇ ਆ। ਤੇ ਬਾਕੀ ਵੱਖ-ਵੱਖ ਜਿਹੜੀਆਂ ਸਾਡੀਆਂ ਨੀਤੀਆਂ ਨੇ, ਵੱਖ-ਵੱਖ ਮੰਤਰਾਲੇ ਨੇ, ਉਹਨਾਂ ਦਾ ਕੋਈ ਉਗੜਵਾਂ ਰੂਪ ਸਾਡੇ ਸਾਹਮਣੇ ਖੁੱਲ ਕੇ ਸ਼ਬਦ ਕਦੇ ਵੀ ਆਇਆ ਨਹੀਂ। ਇਹਦੇ ਵਿਦੇਸ਼ ਨੀਤੀ ਵੀ ਜਿਹੜੀ ਆ ਸਾਡੇ ਸਾਹਮਣੇ ਕਦੇ ਵੀ ਖੁੱਲ ਕੇ ਨਹੀਂ ਆਉਂਦੀ। ਪਰ ਇਹ ਜ਼ਰੂਰ ਹੈ ਕਿ ਸਬੰਧਾਂ ਦਾ ਜਿਹੜਾ ਮਾਮਲਾ ਹੁੰਦਾ ਉਹਦੇ 'ਚ ਬਹੁਤ ਜ਼ਿਆਦਾ ਹੰਬਲ ਦੀ ਜ਼ਰੂਰਤ ਹੁੰਦੀ ਹੈ ਵੀ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿਹੜੇ ਮੁਲਕ ਨਾਲ ਕਿੱਦਾਂ ਦੇ ਸਬੰਧ ਆਪਣੇ ਰੱਖਣੇ ਆ। ਵੀ ਜਿਸ ਕਿਸਮ ਦਾ ਭਾਰਤ ਦਾ ਕਰੈਕਟਰ ਰਿਹਾ ਨਰਿੰਦਰ ਮੋਦੀ ਦੀ ਸਰਕਾਰ ਆਉਣ ਤੋਂ ਪਹਿਲਾਂ ਤੱਕ, ਡਾਕਟਰ ਮਨਮੋਹਨ ਸਿੰਘ ਤੱਕ ਵੀ ਕਾਫੀ ਬੈਲੈਂਸਡ ਅਪਰੋਚ ਭਾਰਤ ਰੱਖਦਾ ਰਿਹਾ ਹੈ। ਮੁਕਾਬਲਤਨ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਇਜ਼ਰਾਈਲ ਨਾਲੋਂ ਜ਼ਿਆਦਾ ਬਿਹਤਰ ਸਬੰਧ ਸਾਡੇ ਫਿਲਸਤੀਨ ਨਾਲ ਰਹੇ ਆ, ਪਰ ਅਚਾਨਕ ਹੀ ਚੀਜ਼ਾਂ ਬਦਲੀਆਂ ਕਿਉਂਕਿ ਅਮਰੀਕਾ ਦੇ ਨਾਲ ਦੋਸਤੀ ਬਹੁਤ ਗੂੜੀ ਪਾ ਲਈ ਨਰਿੰਦਰ ਮੋਦੀ ਨੇ। ਉਸ ਅਮਰੀਕਾ ਦੇ ਨਾਲ, ਜਿਸ ਅਮਰੀਕਾ ਨੇ ਕਦੀ ਵੀਜ਼ਾ ਵੀ ਨਹੀਂ ਸੀ ਦਿੱਤਾ ਨਰਿੰਦਰ ਮੋਦੀ ਨੂੰ, ਅਮਰੀਕਾ ਜਾਣਾ ਹੀ ਮੁਸ਼ਕਲ ਸੀ, ਉਸ ਅਮਰੀਕਾ ਦੇ ਨਾਲ ਨਰਿੰਦਰ ਮੋਦੀ ਦੀ ਦੋਸਤੀ ਪੂਰੀ ਹੋ ਗਈ। ਉਸ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਬਾਰੇ ਉਹ ਟਿੱਪਣੀਆਂ ਕਰਦੇ ਰਹੇ ਕਿ ਮੇਰੇ ਤਾਂ ਬੜੇ ਉਹ ਮਿੱਤਰ ਨੇ। ਤੇ ਸ਼ਾਇਦ ਡੋਨਲਡ ਟਰੰਪ ਬਾਰੇ ਉਹਨਾਂ ਨੇ ਇਹ ਟਿੱਪਣੀ ਕੀਤੀ ਵੀ ਅਸੀਂ ਨਹੀਂ, ਸ਼ਾਇਦ ਓਬਾਮਾ ਬਾਰੇ ਕੀਤੀ ਸੀ ਕਿ ਅਸੀਂ ਤਾਂ ਇੱਕ ਦੂਜੇ ਨੂੰ ਤੂੰ ਕਹਿ ਕੇ ਬੁਲਾਉਂਦੇ ਆ। ਤੇ ਡੋਨਲਡ ਟਰੰਪ ਨਾਲ ਜਿਹੜੀ ਉਹਨਾਂ ਦੀ ਦੋਸਤੀ ਸੀ ਉਹ ਵੀ ਜਗ ਜ਼ਾਹਰ ਹੈ। ਤੇ ਅਮਰੀਕਾ ਨਾਲ ਦੋਸਤੀ ਦਾ ਮਤਲਬ ਹੈ ਤੇ ਅਮਰੀਕਾ ਦੇ ਮਿੱਤਰ ਮੁਲਕਾਂ ਦੇ ਨਾਲ ਵੀ ਦੋਸਤੀ। ਉਹ ਇਜ਼ਰਾਈਲ ਦੇ ਨਾਲ ਉਹ ਦੋਸਤੀ ਉਸ ਰੂਪ ਦੇ ਵਿੱਚ ਸਾਡੇ ਸਾਹਮਣੇ ਆਈ, ਜਦਕਿ ਸਾਡੀ ਪਰੰਪਰਾ ਜਿਹੜੀ ਹੈ ਪੀੜਤ ਜਿਹੜੇ ਮੁਲਕ ਨੇ ਉਹਨਾਂ ਨਾਲ ਖੜਨ ਦੀ ਰਹੀ ਹੈ। ਸਾਡੀ ਜਿਹੜੀ ਮਿੱਤਰਤਾ ਉਹ ਸੋਵੀਅਤ ਯੂਨੀਅਨ ਨਾਲ ਰਹੀ ਅਮਰੀਕਾ ਦੇ ਮੁਕਾਬਲੇ। ਸੋਵੀਅਤ ਯੂਨੀਅਨ ਢਹਿ ਢੇਰੀ ਹੋ ਗਿਆ, ਪਰ ਉਹਦੇ ਬਾਵਜੂਦ ਵੀ ਇੱਕ ਧਰਮ ਨਿਰਪੱਖ ਲਹਿਰ ਜਿਹੜੀ ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਨੇ ਸਾਰੀ ਦੁਨੀਆ ਦੇ ਵਿੱਚ ਜਿਹੜੇ ਜਨਕ ਮੰਨੇ ਜਾਂਦੇ ਆ ਪੰਡਿਤ ਜਵਾਹਰ ਲਾਲ ਨਹਿਰੂ, ਉਸ ਧਰਮ ਨਿਰਪੱਖ ਲਹਿਰ ਦੇ ਅਸੀਂ ਕਿਤੇ ਨਾ ਕਿਤੇ ਨੇੜੇ ਤੇੜੇ ਰਹੇ। ਪਰ ਅਮਰੀਕਾ ਨਾਲ ਦੋਸਤੀ ਪੂਰੀ ਹੋਣ ਤੋਂ ਬਾਅਦ ਸਾਡੀਆਂ ਚੀਜ਼ਾਂ ਬਦਲ ਗਈਆਂ। ਇਸੇ ਕਰਕੇ ਹੁਣ ਈਰਾਨ ਨਾਲ ਅਚਾਨਕ ਹੀ ਰਾਬਤਾ ਜਦੋਂ ਵੱਧਦਾ ਤਾਂ ਕੁਝ ਚੀਜ਼ਾਂ ਜਿਹੜੀਆਂ ਏਦਾਂ ਲੱਗਦੀਆਂ ਵੀ ਬਦਲ ਰਹੀਆਂ ਭਾਵੇਂ, ਪਰ ਕੀ ਅਮਰੀਕਾ ਤੋਂ ਬਾਹਰ ਜਾ ਕੇ ਈਰਾਨ ਦੇ ਨਾਲ ਉਹ ਰਿਸ਼ਤੇ ਉਸ ਲੈਵਲ ਤੇ ਹੋ ਸਕਦੇ ਆ ਜਿਹੜੇ ਕਿਸੇ ਵੀ ਹੋਰ ਮੁਲਕ ਦੇ ਨਾਲ ਬਣਾਉਣ ਦੀ ਕੋਸ਼ਿਸ਼ ਰਹਿੰਦੀ ਆ ਭਾਰਤ ਦੀ। ਸੋ ਇਹ ਕੁਝ ਇੱਕ ਕਵਾਇਦ ਜਾਂ ਕਸਰਤ ਹੋ ਸਕਦੀ ਹੈ। ਤਾਲਿਬਾਨ ਦਾ ਵਾਧਾ ਹੋਇਆ ਅਫਗਾਨਿਸਤਾਨ ਦੇ ਵਿੱਚ ਪ੍ਰਭਾਵ ਜਿਹੜਾ ਆ ਉਹਦਾ ਇੱਕ ਕਾਰਨ ਹੋ ਸਕਦਾ ਹੈ, ਪਰ ਉਹ ਕਿਸ ਲੈਵਲ ਤੇ ਕਿੱਦਾਂ ਦੀ ਗੱਲਬਾਤ ਹੋ ਰਹੀ ਆ, ਕਿੱਥੇ ਕਿੱਥੇ ਕੀ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਸੈੱਟ ਜਾਂ ਰੀਸੈਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਇਹਦੀਆਂ ਡਿਟੇਲਸ ਹਾਲੇ ਆਉਣਗੀਆਂ। ਪਰ ਸ਼ਾਇਦ ਅਫਗਾਨਿਸਤਾਨ 'ਚ ਬਦਲੇ ਹੋਏ ਹਾਲਾਤ ਭਾਰਤ ਨੂੰ ਈਰਾਨ ਦੇ ਨੇੜੇ ਲੱਗਣ ਲਈ ਵੀ ਸ਼ਾਇਦ ਮਜਬੂਰ ਕਰ ਰਹੇ ਆ। ਇੱਕ ਇੰਟਰਨੈਸ਼ਨਲ ਨਿਊਜ਼ ਹੋਰ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ। ਅਮਰੀਕਾ ਦੇ ਇੱਕ ਜਰਨਲ ਦੇ ਵਿੱਚ
ਇਹ ਕਿਹਾ ਗਿਆ ਹੈ ਕਿ ਚਾਈਨਾ ਦਾ ਜਿਹੜਾ ਪਰਮਾਣੂ ਪ੍ਰੋਗਰਾਮ ਹੈ, ਖਾਸ ਕਰਕੇ ਜਿਹੜੀ ਉਹਨਾਂ ਦੀ ਮਿਜ਼ਾਈਲ ਟੈਕਨੋਲੋਜੀ 'ਚ ਉਹਨਾਂ ਵਿਸਥਾਰ ਕੀਤਾ ਆ, ਉਹਨੂੰ ਲੈ ਕੇ ਅਮਰੀਕਾ ਜਿਹੜਾ ਆ ਉਹ ਤੇ ਨਿਗਾਹ ਰੱਖ ਰਿਹਾ ਤੇ ਉਹਨਾਂ ਨੂੰ ਇਹ ਠੀਕ ਨਹੀਂ ਲੱਗ ਰਿਹਾ। ਇੱਕ ਪਾਸੇ ਅਮਰੀਕਾ ਖੁਦ ਇੱਕ ਐਸਾ ਮੁਲਕ ਹੈ, ਇਕੱਲਾ ਮੁਲਕ ਹੈ ਸ਼ਾਇਦ ਦੁਨੀਆ ਦਾ, ਜਿਹਨੇ ਸੈਕੰਡ ਵਰਲਡ ਵਾਰ ਦੇ ਵਿੱਚ ਪਰਮਾਣੂ ਬੰਬ ਇਸਤੇਮਾਲ ਕੀਤੇ ਸੀਗੇ, ਔਰ ਸਭ ਤੋਂ ਪਹਿਲਾਂ ਬਣਾਉਣ ਵਾਲਿਆਂ 'ਚ ਵੀ ਇਹ ਹੀ ਨੇ। ਔਰ ਦੂਜੇ ਪਾਸੇ ਜੇ ਕੋਈ ਹੋਰ ਮੁਲਕ ਇਹ ਸ਼ਕਤੀ ਆਪਣੇ ਰੱਖਿਆ ਲਈ ਕਰਦਾ ਹੈ, ਜਿਵੇਂ ਈਰਾਨ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਆ, ਜਿਵੇਂ ਇਰਾਕ ਦੇ ਉੱਤੇ ਕਿਹਾ ਗਿਆ ਕਿ ਉਹਨਾਂ ਕੋਲ ਕੈਮੀਕਲ ਹਥਿਆਰ ਨੇ ਜਿਹੜੇ ਬਾਅਦ 'ਚ ਨਿਕਲੇ ਵੀ ਨਹੀਂ ਤੇ ਅਮਰੀਕਾ ਨੇ ਉਹ 'ਚ ਦਖਲਅੰਦਾਜ਼ੀ ਕੀਤੀ। ਹੁਣ ਚਾਈਨਾ ਬਾਰੇ ਵੀ ਕਹਿ ਰਹੇ ਨੇ ਕਿ ਉਹ ਆਪਣਾ ਵਿਸਥਾਰ ਕਰ ਰਿਹਾ ਜਿਹੜਾ ਅਮਰੀਕਾ ਨੂੰ ਪਸੰਦ ਨਹੀਂ ਹੈ। ਤੇ ਕੀ ਕਾਰਨ ਹੈ ਕਿ ਇਹ ਮੁਲਕ ਜਿਹੜੇ ਹੋਰ ਮੁਲਕ ਕੋਈ ਟੈਕਨੋਲੋਜੀ ਡਿਵੈਲਪ ਕਰਦੇ ਆ, ਭਾਵੇਂ ਆਪਣੀ ਰੱਖਿਆ ਲਈ ਹੋਣ ਜਾਂ ਆਪਣੀਆਂ ਊਰਜਾ ਦੀਆਂ ਲੋੜਾਂ ਲਈ ਹੋਣ, ਤੇ ਉਹਨਾਂ ਨੂੰ ਇਹ ਕਰਨ ਤੋਂ ਰੋਕਦੇ ਨੇ, ਰਾਹ ਰੋਕਦੇ ਨੇ ਉਹਨਾਂ ਦਾ, ਤੇ ਖੁਦ ਧੜਾ ਧੜ ਜਿਹੜੇ ਆ ਹਥਿਆਰ ਉਹ ਬਣਾ ਵੀ ਰਹੇ ਨੇ, ਵੇਚ ਵੀ ਰਹੇ ਨੇ, ਤੇ ਉਹਨਾਂ ਮੁਲਕਾਂ ਨੂੰ ਵੇਚ ਰਹੇ ਨੇ ਜਿੱਥੇ ਅੰਦਰੂਨੀ ਡਿਸਟਰਬੈਂਸ ਵੀ ਆ। ਔਰ ਇੱਥੋਂ ਤੱਕ ਕਿ ਕਿਹਾ ਜਾਂਦਾ ਸੀਗਾ ਕਿ ਜਦੋਂ ਇਰਾਕ ਵਾਲੀ ਜੰਗ ਹੋਈ ਸੀਗੀ ਅਮਰੀਕਾ ਨੇ, ਤੇ ਉੱਥੇ ਜਿਹੜੇ ਕਲਸਟਰ ਬੰਬ ਜਿਹੜੇ ਚਲਾਏ ਸੀ, ਜਿਹੜੇ ਉਹਨਾਂ ਦੇ ਵਿੱਚ ਪਰਮਾਣੂ ਸੀਗੇ, ਤੇ ਉਹਦਾ ਅਸਰ ਬੜੀ ਦੂਰ ਤੱਕ ਪਾਕਿਸਤਾਨ ਤੇ ਭਾਰਤ ਵਿੱਚ ਵੀ ਕਿਤੇ ਨਾ ਕਿਤੇ ਨਜ਼ਰ ਆਇਆ ਸੀਗਾ। ਤੁਹਾਨੂੰ ਯਾਦ ਹੋਣਾ ਕਿ ਬਠਿੰਡੇ ਵਾਲੇ ਪਾਸੇ ਬੱਚਿਆਂ ਦੇ ਵਾਲਾਂ ਦੇ ਵਿੱਚੋਂ ਯੂਰੇਨੀਅਮ ਦਾ ਨਿਕਲਿਆ ਸੀ, ਤੇ ਉਦੋਂ ਇੱਕ ਸਟੋਰੀ ਚੱਲ ਰਹੀ ਸੀ ਕਿ ਜਿਹੜੇ ਕਲਸਟਰ ਬੰਬ ਚੱਲਦੇ ਰਹੇ ਨੇ ਇਰਾਕ ਦੇ ਵਿੱਚ, ਉਹਨਾਂ ਦਾ ਕਿਤੇ ਨਾ ਕਿਤੇ ਅਸਰ ਜਿਹੜਾ ਇੱਥੋਂ ਤੱਕ ਪਹੁੰਚਿਆ ਹੋਇਆ। ਸੋ ਅਮਰੀਕਾ ਦੀ ਇਹ ਦਾਦਾਗਿਰੀ ਕਿ ਅਸੀਂ ਕਿਸੇ ਨੂੰ ਕੁਝ ਕਰ ਨਹੀਂ ਦੇਣਾ ਤੇ ਆਪ ਸਭ ਕੁਝ ਕਰ ਲੈਣਾ, ਉਹਦੇ ਬਾਰੇ ਦੇਖੋ ਤਾਂ ਅਮਰੀਕਾ ਦੀ ਜਿਹੜੀ ਦਾਦਾਗਿਰੀ ਦਾ ਲਫ਼ਜ਼ ਤੁਸੀਂ ਵਰਤਿਆ, ਆਮ ਤੌਰ ਤੇ ਇੱਥੇ ਭਾਰਤ ਦੇ ਵਿੱਚ ਜਿਹੜੇ ਨੁਕਤਾਚੀਨ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਜਾਂ ਮੁਲਕਾਂ ਦੇ, ਅਮਰੀਕਾ ਦੇ ਖਾਸ ਤੌਰ ਦੇ ਉੱਤੇ ਉਹ ਥਾਣੇਦਾਰੀ ਲਫ਼ਜ਼ ਵਰਤਦੇ ਆ ਵੀ ਅਮਰੀਕਾ ਥਾਣੇਦਾਰ ਆ ਸਾਰੀ ਦੁਨੀਆ ਦਾ, ਵੀ ਆਪ ਸਾਰਾ ਕੁਝ ਕਰ ਸਕਦਾ, ਬਾਕੀ ਜੇ ਕੋਈ ਕੁਝ ਵੀ ਕਰਦਾ ਤੇ ਉਹਦੇ ਤੇ ਉਹਦਾ ਪਹਿਰਾ ਰਹਿੰਦਾ ਤੇ ਉਹਨੂੰ ਇਤਰਾਜ਼ ਰਹਿੰਦਾ। ਜਦੋਂ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਉੱਤੇ ਪਰਮਾਣੂ ਬੰਬ ਸੁੱਟਿਆ ਗਿਆ, 1 ਲੱਖ ਲੋਕ ਉੱਥੇ ਮਰੇ, 1 ਲੱਖ, ਤੇ ਹਾਲੇ ਵੀ ਜਿਹੜੀਆਂ ਨਵੀਆਂ ਪੀੜ੍ਹੀਆਂ ਹੈਗੀਆਂ ਬੱਚੇ ਜਨਮ ਲੈਂਦੇ ਆ ਤੇ ਉਹਨਾਂ 'ਚ ਕੋਈ ਨਾ ਕੋਈ ਸਰੀਰਕ ਤੌਰ ਦੇ ਉੱਤੇ ਕੋਈ ਅਪਾਹਜਤਾ ਹੁੰਦੀ ਹੈ, ਇੰਨਾ ਖਤਰਨਾਕ ਹੈ। ਇਸ ਵੇਲੇ 1 ਲੱਖ ਦੇ ਕਰੀਬ ਉਸ ਤਰ੍ਹਾਂ ਦੇ ਪਰਮਾਣੂ ਬੰਬ ਦੁਨੀਆ ਦੇ ਕੋਲ, ਇਹਦੇ 'ਚ ਸਭ ਤੋਂ ਵੱਧ ਗਿਣਤੀ ਅਮਰੀਕਾ ਦੀ ਹੈ ਜਿਹਦੇ ਕੋਲ ਹੈਗੇ ਆ, ਤੇ ਉਹ ਸਾਰੀ ਧਰਤੀ ਨੂੰ ਨਸ਼ਟ ਕਰਨ ਵਾਸਤੇ, ਤਬਾਹ ਕਰਨ ਵਾਸਤੇ ਜਿਹੜੇ ਉਹ ਕਾਫੀ ਹੈ। ਸਾਰੀ ਧਰਤੀ ਤਬਾਹ ਹੋ ਸਕਦੀ ਹੈ। ਕਿਸੇ ਵੀ ਮੁਲਕ ਨੇ ਜੇ ਕੋਈ ਇਸ ਤਰ੍ਹਾਂ ਦਾ ਪਰਮਾਣੂ ਹਥਿਆਰ ਜਿਹੜਾ ਤਿਆਰ ਕੀਤਾ ਹੈ ਤੇ ਉਹ ਕਿਉਂ ਕਰਦਾ ਤਿਆਰ, ਉਹਦੀ ਕਿਹੜੀ ਲੋੜ ਬਣ ਗਈ ਹੈ? ਸ਼ਾਇਦ ਉਹ ਲੋੜ ਇਸ ਕਰਕੇ ਹੈ ਵੀ ਉਹਦੇ ਸਾਹਮਣੇ ਵੀ ਕਿਸੇ ਹੋਰ ਮੁਲਕ ਦੇ ਕੋਲ ਸਾਰੀਆਂ ਚੀਜ਼ਾਂ ਹੈਗੀਆਂ, ਉਹ ਬਰਾਬਰੀ ਉਹਦੀ ਕਰਨਾ ਚਾਹੁੰਦਾ। ਚਾਈਨਾ ਇਸ ਵੇਲੇ ਅਮਰੀਕਾ ਦਾ ਹਰ ਖੇਤਰ ਦੇ ਵਿੱਚ ਮੁਕਾਬਲਾ ਕਰ ਰਿਹਾ, ਤੇ ਸਪੋਰਟਸ ਦੇ ਵਿੱਚ ਵੀ ਆਪਾਂ ਦੇਖਿਆ ਹੀ ਆ ਇਸ ਵੇਲੇ ਹੁਣ ਸਭ ਤੋਂ ਵੱਧ ਗੋਲਡ ਮੈਡਲ ਚਾਈਨਾ ਦੇ ਆ, ਤੇ ਚਾਈਨਾ ਬਾਕੀ ਖੇਤਰਾਂ ਦੇ ਵਿੱਚ ਵੀ, ਹਥਿਆਰਾਂ ਦੇ ਖੇਤਰ ਦੇ ਵਿੱਚ ਵੀ ਅਮਰੀਕਾ ਦਾ ਪੂਰਾ ਮੁਕਾਬਲਾ ਕਰ ਰਿਹਾ। ਤੇ ਅਮਰੀਕਾ ਨੂੰ ਇਸੇ ਗੱਲ ਦੀ ਤਕਲੀਫ ਹੈ ਕਿ ਮੈਂ ਤਾਂ ਹਾਂ, ਮੇਰੇ ਕੋਲ ਤਾਂ ਜੋ ਹੈ ਕਿਸੇ ਹੋਰ ਮੁਲਕ ਕੋ ਮੇਰੇ ਬਰਾਬਰ ਸਾਰਾ। ਅਮਰੀਕਾ ਇਹ ਪਹਿਲ ਕਿਉਂ ਨਹੀਂ ਕਰਦਾ ਵੀ ਇਹ ਦੁਨੀਆ ਤਬਾਹ ਹੋ ਸਕਦੀ ਹੈ, ਧਰਤੀ ਤਬਾਹ ਹੋ ਸਕਦੀ ਹੈ, ਜੋ ਕੁਝ ਤੁਸੀਂ ਤਿਆਰ ਕੀਤਾ ਹੋਇਆ, ਜਿਹੜਾ ਕੁਝ ਤੁਹਾਡੇ ਲੈਬਸ ਦੇ ਵਿੱਚ ਕੈਦ ਪਿਆ, ਉਹਦਾ ਇੱਕ ਬਟਨ ਦਬਾ ਕੇ ਸਾਰੀ ਦੁਨੀਆ ਤਬਾਹ ਕੀਤੀ ਜਾ ਸਕਦੀ ਹੈ। ਤੇ ਲਓ ਮੈਂ ਛੱਡਿਆ ਸਾਰਾ ਕੁਝ, ਇਹ ਆਪਾਂ ਦੁਨੀਆ ਨੂੰ ਬਚਾਉਣਾ ਆ, ਆਪਾਂ ਇਸ ਦੁਨੀਆ ਨੂੰ ਜਿਹੜੀ ਕਿਰਤੀ ਹੱਥਾਂ ਨੇ ਉਸਾਰੀ ਹੋਈ ਹੈ ਬੜੀ ਖੂਬਸੂਰਤ ਦੁਨੀਆ, ਇਸ ਦੁਨੀਆ ਨੂੰ ਰਹਿਣ ਜੋਗੀ ਕਰਨਾ ਆ, ਤਾਂ ਮੈਂ ਛੱਡਿਆ ਜੀ ਸਾਰਾ ਕੁਝ, ਇਹਨੂੰ ਆਪਾਂ ਜਿਹੜੇ ਜੋ ਕੁਝ ਵੀ ਹੁਣ ਤਿਆਰ ਕੀਤਾ ਇਹਨੂੰ ਆਪਾਂ ਡਿਸਟਰੋਏ ਕਰਦੇ ਹਾਂ ਤੇ ਤੁਸੀਂ ਵੀ ਕਰ ਦਿਓ। ਫੇਰ ਤਾਂ ਕੋਈ ਗੱਲ ਸਮਝ ਆਉਂਦੀ ਹੈ ਵੀ ਉਹ ਚਾਈਨਾ ਨੂੰ ਕਵੇ ਵੀ ਠੀਕ ਆ, ਮੈਂ ਛੱਡਿਆ ਜੀ ਸਾਰਾ ਕੁਝ, ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਰਿਵਰਸ ਕਰੀਏ, ਲਓ ਸਭ ਪਹਿਲ ਮੈਂ ਕਰਦਾ, ਤੁਸੀਂ ਵੀ ਨਾ ਕਰੋ ਏਦਾਂ, ਤੁਸੀਂ ਵੀ ਨਾ ਕੋਈ ਏਦਾਂ ਦੇ ਬੰਬ ਬਣਾਓ, ਨਾ ਕੋਈ ਏਦਾਂ ਦੇ ਹਥਿਆਰ ਬਣਾਓ, ਮੈਂ ਇਹਨੂੰ ਰਿਵਰਸ ਕਰਦਾ, ਤੁਸੀਂ ਵੀ ਰਿਵਰਸ ਕਰੋ। ਫੇਰ ਤਾਂ ਗੱਲ ਸਮਝ ਆਉਂਦੀ ਹੈ। ਆਪ ਤੁਸੀਂ ਸਾਰਾ ਕੁਝ ਕਰੋਗੇ, ਕੋਈ ਹੋਰ ਮੁਲਕ ਆਪਣੀ ਸੁਰੱਖਿਆ ਦੇ ਨਾਂ ਤੇ ਕਰੇ, ਚਾਹੇ ਕਿਸੇ ਵੀ ਬਹਾਨੇ ਨਾਲ ਕਰੇ, ਉਹਦੇ ਤੇ ਤੁਹਾਡਾ ਇਤਰਾਜ਼ ਰਹਿੰਦਾ। ਇਤਰਾਜ਼ ਕਰਨ ਦਾ ਕੋਈ ਅਧਿਕਾਰ ਜਾਂ ਨੈਤਿਕ ਹੱਕ ਘੱਟੋ ਘੱਟ ਇਸ ਮਾਮਲੇ 'ਚ ਅਮਰੀਕਾ ਦੇ ਕੋਲ ਨਹੀਂ ਹੈ। ਦਸਾਂਝ ਸਾਹਿਬ, ਕਿਸਾਨਾਂ ਦੀ ਸੰਸਦ ਲਗਾਤਾਰ ਜਾਰੀ, ਆਪਣੇ ਭਾਰਤ ਵੱਲ ਪਰਤਦੇ ਹਾਂ
ਤੇ ਉੱਥੇ ਅੱਜ ਦੀ ਜਿਹੜੀ ਸੰਸਦ ਦੀ ਕਾਰਵਾਈ ਚਲਾਈ ਆ ਕਿਸਾਨਾਂ ਨੇ, ਉਹਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਬੇਭਰੋਸਗੀ ਦਾ ਮਤਾ ਪੇਸ਼ ਕੀਤਾ। ਹਾਲਾਂਕਿ ਉੱਤੇ ਬਹਿਸ ਸੋਮਵਾਰ ਹੋਏਗੀ ਕੱਲ, ਕਿਉਂਕਿ ਛੁੱਟੀ ਆ ਤੇ ਕੱਲ ਦੇ ਦਿਨ ਉੱਥੇ ਸੰਸਦ ਨਹੀਂ ਚੱਲਣੀ। ਤੇ ਫਿਰ ਮੇਰੇ ਖਿਆਲ ਸਮਾਂ ਵੀ ਅੱਗੇ ਥੋੜਾ ਰਹਿ ਗਿਆ। ਫਿਰ ਵੂਮਨ ਦੀ ਵੀ ਹੈਗੀ ਆ ਤੇ ਕਾਫੀ ਸਾਰੇ ਨਵੇਂ ਪ੍ਰੋਗਰਾਮ ਵੀ ਦਿੱਤੇ ਆ ਕਿਸਾਨਾਂ ਨੇ। ਜਿਹੜੀ ਇਹ ਬੇਭਰੋਸਗੀ ਦਾ ਮਤਾ ਦਿੱਤਾ, ਇਹਦੇ ਕੀ ਮਾਇਨੇ ਆ? ਇਹਦੇ ਮਾਇਨੇ ਇਹ ਹੈ ਜੀ, ਸਾਹਮਣੇ ਪੈਰਲਲ ਜਿਹੜੀ ਰੂਟੀਨ ਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਚੱਲ ਰਹੀ ਹੈ, ਤੇ ਜਿਹੜੀ ਚੱਲ ਰਹੀ ਹੈ ਅਸੀਂ ਲਫ਼ਜ਼ ਵਰਤਿਆ, ਯਾਨੀ ਓਵਰਆਲ ਚੱਲ ਰਹੀ ਹੈ, ਨਹੀਂ ਹੈ ਅਸਲ ਦੇ ਵਿੱਚ ਚੱਲਣ ਨਹੀਂ ਦਿੱਤੀ ਜਾ ਰਹੀ ਸਰਕਾਰ ਵੱਲੋਂ। ਇਹ ਨਹੀਂ ਕਿ ਵਿਰੋਧੀ ਧਿਰ ਉਸ ਲੋਕ ਸਭਾ ਜਾਂ ਰਾਜ ਸਭਾ ਨੂੰ ਨਹੀਂ ਚੱਲਣ ਦੇ ਰਹੀ, ਸਰਕਾਰ ਹੀ ਨਹੀਂ ਚੱਲਣ ਦੇ ਰਹੀ। ਸਰਕਾਰ ਨੂੰ ਇਹ ਸਾਰਾ ਕੁਝ ਜਿਹੜਾ ਕਿਤੇ ਨਾ ਕਿਤੇ ਸੂਟ ਕਰਦਾ ਕਿ ਚੁੱਪ ਚਪੀਤੇ ਜਿਹੜੇ ਬਿੱਲ ਪਾਸ ਕਰਨੇ ਉਹ ਕਰੀ ਜਾਓ, ਤੇ ਦੋਸ਼ ਲਾਏ ਜਾਓ ਵਿਰੋਧੀ ਧਿਰ ਦੇ ਉੱਤੇ ਵੀ ਇਹ ਜਿਹੜੀ ਹੈ ਬਹਿਸ ਨਹੀਂ ਹੋਣ ਦਿੰਦੀ ਵਿਰੋਧੀ ਧਿਰ, ਜਾਂ ਪਾਰਲੀਮੈਂਟ ਨਹੀਂ ਚੱਲਣ ਦਿੰਦੀ। ਉਹਦੇ ਪੈਰਲਲ ਕਿਸਾਨ ਪਾਰਲੀਮੈਂਟ ਨੇ ਜਿਸ ਤਰ੍ਹਾਂ ਦਾ ਮਾਹੌਲ ਸਿਰਜ ਦਿੱਤਾ, ਉਸ ਮਾਹੌਲ ਦਾ ਇੱਕ ਬਹੁਤ ਇੰਪੈਕਟ ਪਿਆ ਘੱਟੋ ਘੱਟ ਸਿਆਸਤਦਾਨਾਂ ਦੇ ਉੱਤੇ, ਜਿਹਦਾ ਨਤੀਜਾ ਇਹ ਨਿਕਲਿਆ ਕਿ ਰਾਹੁਲ ਗਾਂਧੀ ਦੀ ਲੀਡਰਸ਼ਿਪ ਦੇ ਵਿੱਚ 14 ਵੱਖ-ਵੱਖ ਪਾਰਟੀਆਂ ਦੇ ਜਿਹੜੇ ਸੰਸਦ ਮੈਂਬਰ ਹੈ ਉਹ ਕਿਸਾਨ ਪਾਰਲੀਮੈਂਟ ਦੇ ਵਿੱਚ ਆ ਕੇ ਖੜੇ ਰਹੇ। ਤੇ ਬਾਅਦ ਵਿੱਚ ਕਿਸਾਨ ਲੀਡਰਸ਼ਿਪ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਇਓ, ਤੁਹਾਡਾ ਸਵਾਗਤ ਹੈ, ਤੁਸੀਂ ਸਟੇਜ ਤੇ ਆ ਨਹੀਂ ਸਕਦੇ, ਪਰ ਤੁਸੀਂ ਖੜੋ ਨਾ, ਤੁਸੀਂ ਬੈਠ ਕੇ ਜਿਹੜੀ ਦਰਸ਼ਕ ਗੈਲਰੀ ਹੈ ਉਹਦੇ 'ਚ ਬੈਠੋ, ਉੱਥੇ ਬੈਠ ਕੇ ਸੁਣੋ। ਤੇ ਜਿਹੜੇ ਸੁਣਾਉਣ ਦੇ ਆਦੀ ਸੀ ਉਹਨਾਂ ਨੂੰ ਸੁਣਨਾ ਪਿਆ। ਸੁਣਾਉਣ ਦੇ ਆਦੀ ਰਹੇ ਨਾ 14 ਪਾਰਟੀਆਂ, ਚਾਹੇ ਕੋਈ ਵੀ ਪਾਰਟੀ ਹੋਵੇ, ਉਹਦੇ ਜਿਹੜੇ ਪਾਰਲੀਮੈਂਟ ਮੈਂਬਰ ਆਏ, ਚਾਹੇ ਕਾਂਗਰਸ ਵਾਲੇ ਸੀ ਜਾਂ ਵੱਖ-ਵੱਖ ਖੇਤਰੀ ਪਾਰਟੀਆਂ ਦੇ ਸੀ, ਉਹ ਤਾਂ ਜਿਹੜੇ ਲੀਡਰ ਨੇ ਉਹ ਤਾਂ ਸੁਣਾਉਂਦੇ ਆਏ ਜਾਂ ਸੁਣਦੇ ਨਹੀਂ ਨਾ ਕਦੀ ਵੀ, ਪਰ ਬਕਾਇਦਾ ਕਿਸਾਨ ਪਾਰਲੀਮੈਂਟ ਦੀ ਦਰਸ਼ਕ ਗੈਲਰੀ 'ਚ ਸੁਣ ਕੇ ਬੈਠ ਕੇ ਕਿਸਾਨਾਂ ਦੇ ਆਗੂਆਂ ਨੂੰ ਜਾਂ ਕਿਸਾਨਾਂ ਨੇ ਜਿਹੜੀ ਪਾਰਲੀਮੈਂਟ ਲਾਈ ਉਹਦੇ 'ਚ ਜੋ ਕੁਝ ਵੀ ਬਹਿਸ ਮੁਆਵਜ਼ਾ ਹੋਇਆ ਉਹਨੂੰ ਸੁਣਨਾ ਪਿਆ। ਸੁਣਿਆ, ਰਾਹੁਲ ਗਾਂਧੀ ਨੇ ਵੀ ਸੁਣਿਆ, ਬਾਕੀਆਂ ਨੇ ਵੀ ਸੁਣਿਆ। ਸੋ ਉੱਥੇ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਗਿਆ ਤੇ ਉੱਥੇ ਡੰਮੀ ਮੰਤਰੀ ਬਣਾਏ ਜਾਂਦੇ ਆ, ਡੰਮੀ ਸਪੀਕਰ, ਡਿਪਟੀ ਸਪੀਕਰ ਬਣਾਏ ਜਾਂਦੇ ਆ, ਬੁਲਾਰੇ ਬਣਾਏ ਜਾਂਦੇ ਆ, ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਬਣਾਏ ਜਾਂਦੇ ਆ ਜਿਹੜੇ ਉੱਥੇ ਬਹਿਸ 'ਚ ਹਿੱਸਾ ਲੈਂਦੇ ਆ। ਤੇ ਤਿੰਨਾਂ ਖੇਤੀ ਕਾਨੂੰਨਾਂ ਦੇ ਉੱਤੇ ਬਹਿਸ ਲਗਾਤਾਰ ਉੱਥੇ ਚਰਚਾ 'ਚ ਰਹੀ ਹੈ, ਜਾਰੀ ਰਹੀ ਹੈ, ਤੇ ਬੇਭਰੋਸਗੀ ਮਤਾ ਸਰਕਾਰ ਦੇ ਖਿਲਾਫ ਰੱਖਿਆ ਗਿਆ। ਤੇ ਉਹਦਾ ਇੱਕੋ ਇੱਕ ਮਕਸਦ ਤਾਂ ਇਹੀ ਹੈ ਵੀ ਇੱਕ ਨੈਰੇਟਿਵ ਜਿਹੜਾ ਪੈਰਲਲ ਉਸਾਰਿਆ ਜਾਏ ਵੀ ਪਾਰਲੀਮੈਂਟ ਚੱਲਣੀ ਕਿੱਦਾਂ ਚਾਹੀਦੀ ਹੈ। ਜਿਹੜੀ ਪਾਰਲੀਮੈਂਟ ਨਹੀਂ ਚੱਲ ਰਹੀ ਸਾਡੇ ਸਾਹਮਣੇ ਹੀ ਹੈ, 500 ਮੀਟਰ ਤੇ ਹੀ ਹੈ, ਜਿਹੜੀ ਬਾਰ-ਬਾਰ ਪੋਸਟਪੋਨ ਹੁੰਦੀ ਹੈ ਤੇ ਹੁਣ ਵੀ ਸੋਮਵਾਰ ਤੱਕ ਉਠਾ ਦਿੱਤੀ ਗਈ ਹੈ ਅੱਧੇ ਦਿਨ ਤੋਂ ਬਾਅਦ। ਸੋ ਉਹਦੇ ਪੈਰਲਲ ਇੱਕ ਬਿਰਤਾਂਤ ਉਸਾਰਨਾ, ਨੈਰੇਟਿਵ ਉਸਾਰਨਾ ਕਿਸਾਨ ਪਾਰਲੀਮੈਂਟ ਦੇ ਵਿੱਚ ਵੀ ਪਾਰਲੀਮੈਂਟ ਚੱਲਣੀ ਕਿੱਦਾਂ ਚਾਹੀਦੀ ਹੈ ਉਹਦਾ ਇੱਕ ਪ੍ਰਮਾਣ ਪੇਸ਼ ਕਰਨਾ, ਤੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਦਾ ਆ ਕੇ ਕਿਸਾਨਾਂ ਨੂੰ ਸੁਣਨਾ, ਇਹ ਇੱਕ ਅਚੀਵਮੈਂਟ ਹੀ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਕਿਸਾਨ ਅੰਦੋਲਨ ਦੀ ਅਗਲੀ ਕੜੀ ਦੇ ਤੌਰ ਦੇ ਉੱਤੇ ਕਿਸਾਨਾਂ ਦੀ ਜਿਹੜੀ ਆਵਾਜ਼ ਨੂੰ ਦੂਰ ਤੱਕ ਪਹੁੰਚਾਉਣ ਦਾ ਜਿੱਦਾਂ ਜ਼ਰੀਆ ਬਣੀ ਹੈ ਕਿਸਾਨ ਪਾਰਲੀਮੈਂਟ, ਉਹਦਾ ਇੱਕ ਪ੍ਰਮਾਣ ਹੈ। ਦਸਾਂਝ ਸਾਹਿਬ, ਪੰਜਾਬ ਗੌਰਮੈਂਟ ਨੇ ਪੰਜਾਬ ਦੀ ਆਰਥਿਕਤਾ ਨੂੰ ਮੁੜ ਪੈਰਾਂ ਤੇ ਖੜਾ ਕਰਨ ਵਾਸਤੇ ਮਨਟੇਕ ਸਿੰਘ ਆਹਲੂਵਾਲੀਆ ਨੂੰ ਜ਼ਿੰਮੇਵਾਰੀ ਸੌਂਪੀ ਸੀ ਕਿ ਉਹ ਸਾਨੂੰ ਕੋਈ ਸੁਝਾਅ ਦੇਣ। ਉਹਨਾਂ ਦੀ ਇੱਕ ਰਿਪੋਰਟ 2020 'ਚ ਹੀ ਸਰਕਾਰ ਨੂੰ ਦੇ ਦਿੱਤੀ ਗਈ ਸੀ, ਜਿਹੜੀ ਹੁਣ ਆ ਕੇ ਜਿਹੜੀ ਆ ਉਹ ਮੇਰੇ ਖਿਆਲ ਜਨਤਕ ਕਰ ਦਿੱਤੀ ਗਈ ਆ। ਉਹਦੇ 'ਤੇ ਜੇ ਤੁਸੀਂ ਨਿਗਾਹ ਮਾਰੀ ਹੋਵੇ, ਆਮ ਤੌਰ 'ਤੇ ਜਿਹੜੇ ਮਨਟੇਕ ਸਿੰਘ ਆਹਲੂਵਾਲੀਆ ਨੇ ਮਨਮੋਹਨ ਸਿੰਘ ਦੇ ਚੰਗੇ ਸਾਥੀ ਮਿੱਤਰ ਰਹੇ ਨੇ, ਉਹਨਾਂ ਨੂੰ ਪੂੰਜੀਪਤੀਆਂ ਦੇ ਪੱਖ ਵਾਲਾ ਆਰਥਿਕ ਮਾਹਰ ਦੇ ਤੌਰ 'ਤੇ ਗਿਣਿਆ ਗਿਆ ਹੈ। ਤੇ ਉਹਨਾਂ ਦੀ ਰਿਪੋਰਟ 'ਤੇ ਜਿਹੜੇ ਨੁਕਤੇ ਮੈਂ ਘੱਟੋ ਘੱਟ ਵੇਖੇ ਨੇ, ਉਹ ਲਗਭਗ ਉਸੇ ਹੀ ਦਿਸ਼ਾ 'ਚ ਕੰਮ ਕਰਨ ਨੂੰ ਕਹਿ ਰਹੇ ਨੇ ਜਿਹੜੀ ਦਿਸ਼ਾ 'ਚ ਜਦੋਂ ਉਦਾਰਵਾਦੀ ਨੀਤੀਆਂ ਸ਼ੁਰੂ ਹੋਈਆਂ ਸੀ ਤੇ ਮਨਮੋਹਨ ਸਿੰਘ ਹੋਰਾਂ ਨੇ ਕੰਮ ਕੀਤਾ ਸੀ। ਬਦਲੇ ਹੋਏ ਹਾਲਾਤ ਦੇ ਵਿੱਚ ਭਾਰਤ ਨੂੰ ਇੱਕ ਵਾਰੀ ਮੁੜ ਵਿਚਾਰ ਕਰਨ ਦੀ ਲੋੜ ਹੈ ਕਿ ਉਹਨੇ ਆਪਣਾ ਜਿਹੜਾ ਪੇਂਡੂ ਸੈਕਟਰ ਦੇ ਵਿੱਚ ਛੋਟੇ ਉਦਯੋਗ ਆ, ਜਦੋਂ ਗਾਂਧੀ ਹੋਰਾਂ ਨੇ ਚਰਖੇ ਦਾ ਨਾਅਰਾ ਦਿੱਤਾ ਸੀ, ਪਿੰਡਾਂ ਦੀਆਂ ਹੱਥ ਖੱਡੀਆਂ ਚੱਲਦੀਆਂ ਸੀਗੀਆਂ ਤੇ ਰੁਜ਼ਗਾਰ ਪੇਂਡੂ ਪੱਧਰ ਤੇ ਛੋਟਾ ਮੋਟਾ ਜਿਹੜਾ ਉਹ ਚੱਲਦਾ ਸੀਗਾ। ਤੇ ਹੁਣ ਜਿਸ ਤਰ੍ਹਾਂ ਸਾਰਾ ਕੁਝ ਹੀ ਹੜੱਪ ਲੈਣ ਦੀ ਚਾਹਤ ਹੈ ਵੱਡੇ ਕਾਰੋਬਾਰੀਆਂ ਕੋਲੋਂ,
ਤੇ ਮਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਜਿਹੜੀ ਆ ਉਹਦੇ ਨੁਕਤੇ ਜਿੰਨੇ ਨੇ ਦੱਸੇ ਜਾ ਰਹੇ ਨੇ ਉਹ ਲਗਭਗ ਉਸੇ ਹੀ ਲੀਹ ਦੇ ਉੱਤੇ ਨੇ। ਕੀ ਇਹਦਾ ਪੰਜਾਬ ਨੂੰ ਕੋਈ ਫਾਇਦਾ ਹੋਏਗਾ? ਕੀ ਪੰਜਾਬ ਗਵਰਨਮੈਂਟ ਇਹਨੂੰ ਲਾਗੂ ਕਰੇਗੀ ਜਾਂ ਨਹੀਂ ਕਰੇਗੀ? ਉਹਦੇ ਤੇ ਵਿਚਾਰ ਕਰਨ ਲਈ ਇੱਕ ਖੁੱਲੀ ਬਹਿਸ ਜਿਹੜੀ ਆ ਉਹ ਸ਼ੁਰੂ ਸ਼ਾਇਦ ਹੋ ਰਹੀ ਹੈ। ਉਹਦੀ ਰਿਪੋਰਟ ਜਿਹੜੀ ਆ ਉਹ ਜਨਤਕ ਕਰ ਦਿੱਤੀ ਗਈ ਆ। ਦੇਖੋ, ਤੁਸੀਂ ਕਹਿ ਹੀ ਦਿੱਤਾ, ਵੈਸੇ ਮੌਂਟੇਕ ਸਿੰਘ ਆਹਲੂਵਾਲੀਆ ਤੇ ਡਾਕਟਰ ਮਨਮੋਹਨ ਸਿੰਘ ਉਹ ਇੱਕੋ ਤਰਜ਼ ਦੇ ਅਰਥਸ਼ਾਸਤਰੀ ਨੇ। ਬਾਰ-ਬਾਰ ਇਹ ਗੱਲ ਘੁਮਾਈ ਜਾਂਦੀ ਹੈ ਵੀ ਲੋ ਜੀ ਦੁਨੀਆ ਦੇ ਬਹੁਤ ਗ੍ਰੇਟ ਅਰਥਸ਼ਾਸਤਰੀ ਨੇ ਡਾਕਟਰ ਮਨਮੋਹਨ ਸਿੰਘ, ਤੇ ਉਸੇ ਕੜੀ ਦੇ ਵਿੱਚ ਲੜੀ ਦੇ ਵਿੱਚ ਮੌਂਟੇਕ ਸਿੰਘ ਆਹਲੂਵਾਲੀਆ ਰਹੇ ਨੇ, ਤੇ ਸਾਡੀ ਜਿਹੜੀ ਪਲਾਨਿੰਗ ਕਮਿਸ਼ਨ ਦੇ ਡਿਪਟੀ ਚੇਅਰਮੈਨ ਵੀ ਰਹੇ ਨੇ। ਉਹਨਾਂ ਨੂੰ ਇੱਕ ਕਮੇਟੀ ਜੀ ਬਣਾਈ ਸੀ, ਉਹਦਾ ਚੀਫ ਲਾ ਦਿੱਤਾ ਗਿਆ ਕਿ ਦੱਸੋ ਪੰਜਾਬ ਦੀ ਇਕਨੋਮੀ ਜਿਹੜੀ ਆ ਉਹਨੂੰ ਕਿੱਦਾਂ ਅਸੀਂ ਬੂਸਟ ਕਰ ਸਕਦੇ ਹਾਂ। ਤੇ ਹੁਣ ਉਹਨਾਂ ਨੇ ਇੱਕ ਰਿਪੋਰਟ ਜਿਹੜੀ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਨੇ ਸਬਮਿਟ ਤਾਂ ਕੀਤੀ ਸੀ, ਜਿਹੜੀ ਜਨਤਕ ਹੁਣ ਹੋਈ ਹੈ। ਉਹ ਜਿਹੜੀਆਂ ਸਿਫਾਰਸ਼ਾਂ ਨੇ ਨਾ ਮੌਂਟੇਕ ਸਿੰਘ ਆਹਲੂਵਾਲੀਆ ਦੀਆਂ, ਜੇ ਉਹ ਅਰਥਸ਼ਾਸਤਰੀ ਉਸੇ ਕਿਸਮ ਦੇ ਨੇ ਤਾਂ ਫਿਰ ਸਿਫਾਰਸ਼ਾਂ ਵੀ ਤਾਂ ਉਸੇ ਕਿਸਮ ਦੀਆਂ ਹੋਣਗੀਆਂ। ਜਿਹੜਾ ਪੂੰਜੀਪਤੀਆਂ ਦੀ ਜਿਹੜੀ ਇਕਨੋਮੀ ਦੀ ਇੱਕ ਪੂਰੀ ਦੀ ਪੂਰੀ ਥਿਊਰੀ ਹੈ, ਜੇ ਉਹਦੇ ਮੁਤਾਬਕ ਹੀ ਡਾਕਟਰ ਮਨਮੋਹਨ ਸਿੰਘ ਦੀ ਰਾਜਨੀਤੀ ਰਹੀ ਹੈ ਦੇਸ਼ ਦੇ ਵਿੱਚ, ਤੇ ਮੌਂਟੇਕ ਸਿੰਘ ਆਹਲੂਵਾਲੀਆ ਵੀ ਉਦਾਂ ਹੀ ਸੋਚਦੇ ਆ, ਤੇ ਉਸ ਤੋਂ ਵੱਖਰਾ ਉਹਨਾਂ ਨੇ ਕੀ ਦੇਣਾ ਸੀ। ਤੇ ਉਹ ਫਿਰ ਉਹ ਸਾਰਾ ਕੁਝ ਜਿਹੜਾ ਸਿਫਾਰਸ਼ਾਂ ਜਿਹੜੀਆਂ ਆਈਆਂ ਉਹ ਪੰਜਾਬ ਦੀ ਸਰਕਾਰ ਲਾਗੂ ਕਰਦੀ ਹੈ ਨਹੀਂ ਕਰਦੀ ਹੈ। ਤੁਸੀਂ ਪੁੱਛਿਆ ਵੀ ਉਹ ਲਾਗੂ ਕੀਤੀ ਜਾ ਸਕਦੀ ਹੈ ਜਾਂ ਚਰਚਾ ਵੀ ਹੋ ਜਾਵੇ, ਕੋਈ ਗੱਲ ਨਹੀਂ। ਪੰਜਾਬ ਦੀ ਸਰਕਾਰ ਉਹ ਸਿਫਾਰਸ਼ਾਂ ਲਾਗੂ ਕਰਨ ਦੀ ਹਿੰਮਤ ਹੀ ਨਹੀਂ ਕਰ ਸਕਦੀ। ਹਾਂ, ਇਹ ਜ਼ਰੂਰ ਹੈ ਕਿ ਅਗਲੀ ਸਰਕਾਰ ਦੇ ਜਿਹੜੇ ਵੀ ਮੁੱਖ ਮੰਤਰੀ ਹੋਣਗੇ, ਜਿੱਦਾਂ ਆਪਣੇ ਆਪ ਨੂੰ ਪੇਸ਼ ਕਰਤਾ ਨਵਜੋਤ ਸਿੰਘ ਸਿੱਧੂ ਨੇ ਤਾਂ ਪੇਸ਼ ਹੀ ਕਰਤਾ ਨਾ, ਵੀ ਉਹਨਾਂ ਨੇ ਕਹਿ ਹੀ ਦਿੱਤਾ ਕਿ ਮੈਂ ਹੀ ਮੁੱਖ ਮੰਤਰੀ ਹਾਂ ਤੇ ਮੈਂ 2 ਰੁਪਏ ਦੀ ਪਰ ਯੂਨਿਟ ਬਿਜਲੀ ਖਰੀਦੂੰਗਾ ਤੇ 3 ਰੁਪਏ ਯੂਨਿਟ ਦਊਂਗਾ। ਉਹਨਾਂ ਨੇ ਅਨਾਉਂਸ ਹੀ ਕਰਤਾ ਕਿ ਮੈਂ ਹੀ ਮੁੱਖ ਮੰਤਰੀ ਹਾਂ ਅਗਲਾ। ਜੇ ਅਗਲੇ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਬਣਦੇ ਆ ਤਾਂ ਪਹਿਲੇ ਸਾਲ ਹੀ ਇਹ ਨੀਤੀਆਂ ਜਾਂ ਇਹ ਸਿਫਾਰਸ਼ਾਂ ਜਿਹੜੀਆਂ ਮੌਂਟੇਕ ਸਿੰਘ ਆਹਲੂਵਾਲੀਆ ਦੀਆਂ ਲਾਗੂ ਹੋ ਜਾਣਗੀਆਂ, ਪਹਿਲੇ ਸਾਲ ਹੀ। ਇਹ ਮੈਂ ਤੁਹਾਨੂੰ ਕਹਿਣ ਨੂੰ ਤਿਆਰ ਹਾਂ, ਲਿਖ ਲਓ ਭਾਵੇਂ, ਏਦਾਂ ਹੀ ਹੋਣੀ ਆ। ਪਰ ਹੁਣ ਕੈਪਟਨ ਅਮਰਿੰਦਰ ਉਹ ਨਹੀਂ ਕਰ ਸਕਦੇ, ਕਿਉਂਕਿ ਸਾਹਮਣੇ ਚੋਣਾਂ ਹੈ। ਜੇ ਉਹ ਸਿਫਾਰਸ਼ਾਂ ਲਾਗੂ ਕਰ ਦਿੱਤੀਆਂ ਜਾਣ ਜਿਹੜੀਆਂ ਮੌਂਟੇਕ ਸਿੰਘ ਆਹਲੂਵਾਲੀਆ ਦੀ ਹੈ, ਤਾਂ ਜਿਹੜਾ ਮਾੜਾ ਮੋਟਾ ਇੱਕ ਚਾਂਸ ਬਚਿਆ ਹੋਇਆ ਕਿ ਸਿੰਪਲ ਮੈਜੋਰਟੀ ਲੈ ਜਾਣੀ ਆ ਕਾਂਗਰਸ ਨੇ, ਉਹ ਵੀ ਮੌਕਾ ਖਤਮ ਹੋ ਜਾਏਗਾ। ਕਿਉਂਕਿ ਉਹ ਸਿਫਾਰਸ਼ਾਂ ਇਸ ਕਿਸਮ ਦੀਆਂ ਪੰਜਾਬ ਦੇ ਲੋਕਾਂ ਦਾ ਕਾਫੀਆ ਹੋਰ ਜ਼ਿਆਦਾ ਤੰਗ ਕਰਨ ਵਾਲੀਆਂ ਸਿਫਾਰਸ਼ਾਂ। ਮੰਨ ਲਓ ਸਬਸਿਡੀ ਦਾ ਮਾਮਲਾ ਹੈ, ਉਹਨਾਂ ਦੀ ਸਿਫਾਰਸ਼ਾਂ ਦੇ ਮੁਤਾਬਕ ਤਾਂ ਜਿਹੜੀ ਐਗਰੀਕਲਚਰ ਸੈਕਟਰ ਦੇ ਵਿੱਚ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਖਤਮ ਕਰੋ ਹੌਲੀ ਹੌਲੀ। ਕੀ ਅੱਜ ਦੀ ਤਰੀਕ ਦੇ ਵਿੱਚ ਇਹ ਰਿਸਕ ਲੈ ਸਕਦੇ ਆ ਕੈਪਟਨ ਅਮਰਿੰਦਰ ਸਿੰਘ, ਜਿਹਦਾ ਦਾਅਵਾ ਨਵਜੋਤ ਸਿੰਘ ਸਿੱਧੂ ਨੇ ਵੀ ਕੀਤਾ ਵੀ ਦੱਸੋ ਪੰਜਾਬ ਦੇਸ਼ ਦਾ ਕਿਹੜਾ ਸੂਬਾ ਆ ਜਿਹੜਾ 10,000 ਕਰੋੜ ਰੁਪਈਆ ਕਿਸਾਨਾਂ ਨੂੰ ਸਬਸਿਡੀ ਦਿੰਦਾ ਹੋਵੇ? ਅਸੀਂ ਦਿੰਦੇ ਹਾਂ। ਕੀ ਇਹ ਰਿਸਕ ਲੈ ਸਕਦੇ ਕੈਪਟਨ ਅਮਰਿੰਦਰ ਸਿੰਘ, ਜਿਹੜੇ 4-6 ਮਹੀਨੇ ਰਹਿ ਗਏ ਚੋਣਾਂ 'ਚ, ਵੀ ਉਹ ਮੌਂਟੇਕ ਸਿੰਘ ਆਹਲੂਵਾਲੀਆ ਦੀ ਸਿਫਾਰਿਸ਼ ਮੰਨਦਿਆਂ ਹੋਇਆ ਜਿਹੜਾ ਕਿਸਾਨਾਂ ਦੀ ਸਬਸਿਡੀ ਆ ਜਿਹੜੀ ਉਹਨੂੰ ਇੱਕ ਕਿਸਮ ਦਾ ਰਿਵਰਸ ਕਰਨ ਜਾਂ ਉਹਨੂੰ ਹੌਲੀ ਹੌਲੀ ਖਤਮ ਕਰਨ ਵੱਲ ਵਧਣ। ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਕਰਮਚਾਰੀ ਆ, ਸਰਕਾਰੀ ਮੁਲਾਜ਼ਮ ਹੈ, ਉਹਨਾਂ ਦਾ ਜਿਹੜਾ ਪੈਟਰਨ ਹੈ ਤਨਖਾਹਾਂ ਦਾ, ਭੱਤਿਆਂ ਦਾ, ਉਹ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਬਰਾਬਰ ਕਰ ਦਿਓ। ਕੇਂਦਰ ਸਰਕਾਰ ਦੇ ਬਰਾਬਰ ਕਰਨ ਦਾ ਮਤਲਬ ਹੈ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਮੁਲਾਜ਼ਮ ਨੇ ਸਰਕਾਰੀ, ਉਹ ਕੇਂਦਰ ਸਰਕਾਰ ਤੋਂ ਜ਼ਿਆਦਾ, ਮੁਲਾਜ਼ਮਾਂ ਤੋਂ ਜ਼ਿਆਦਾ ਤਨਖਾਹਾਂ ਭੱਤੇ ਲੈਂਦੇ ਆ। ਇਹ ਰਿਸਕ ਲਿਆ ਜਾ ਸਕਦਾ ਵੀ ਹਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਕੇਂਦਰ ਦੇ ਪੈਟਰਨ ਤੇ ਕਰਕੇ ਜਿਹੜੇ ਪਹਿਲੇ ਮੁਲਾਜ਼ਮ ਲੜ ਰਹੇ ਆ, ਕੋਈ ਹੋਰ ਮਤਲਬ ਕੋਈ ਏਦਾਂ ਦਾ ਰਿਸਕ ਲੈ ਸਕਦੀ ਹੈ ਸਰਕਾਰ। ਹੋਰ ਵੀ ਇਸੇ ਕਿਸਮ ਦੀਆਂ ਨੇ ਸਿਫਾਰਸ਼ਾਂ, ਹੁਣ ਇਮੀਡੀਏਟ ਮੇਰੇ ਸਾਹਮਣੇ ਆ ਨਹੀਂ ਰਹੀਆਂ ਉਹ ਗੱਲਾਂ, ਕਿਉਂਕਿ ਇਹ 5-6 ਦਿਨ ਪਹਿਲਾਂ ਦੀ ਗੱਲ ਹੈ ਜਦੋਂ ਇਹ ਸਾਰੀ ਗੱਲ ਸਾਹਮਣੇ ਆਈ ਸੀ। ਉਹਦੇ 'ਚ ਕੁਝ 5-7 ਪੁਆਇੰਟ ਸੀਗੇ ਏਦਾਂ ਦੇ ਜਿਹੜੇ ਇਸੇ ਕਿਸਮ ਦੇ ਸੀ ਵੀ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਮਿਲਦੀਆਂ ਸੁੱਖ ਸਹੂਲਤਾਂ ਜਾਂ ਸਹੂਲਤਾਂ, ਸਪੈਸ਼ਲੀ ਸੁੱਖ ਸ਼ਬਦ ਤਾਂ ਨਹੀਂ ਵਰਤਣਾ ਚਾਹੀਦਾ, ਉਹ ਸਹੂਲਤਾਂ ਨੂੰ ਰਿਡਿਊਸ ਕੀਤਾ ਜਾਏ, ਉਹਨਾਂ ਨੂੰ ਹੌਲੀ ਹੌਲੀ ਘਟਾਇਆ ਜਾਏ। ਤੇ ਘੱਟੋ ਘੱਟ ਇਹ ਸਰਕਾਰ ਇਸ ਵੇਲੇ ਜਿਹੜੀ ਸਰਕਾਰ ਹੈ ਉਹ ਤਾਂ ਇਹ ਰਿਸਕ ਨਹੀਂ ਲਏਗੀ, ਉਹਨੇ ਤਾਂ ਡਸਟਬਿਨ 'ਚ ਸਿੱਟਤੀ ਹੋਣੀ ਹੈ ਰਿਪੋਰਟ। ਅਗਲੀ ਸਰਕਾਰ ਜਿਹੜੀ ਆਏਗੀ ਉਹਦਾ ਕੋਈ ਵੀ ਮੁੱਖ ਮੰਤਰੀ ਹੋਵੇ, ਚਾਹੇ ਉਹ ਅਕਾਲੀ ਤੇ ਬਹੁਜਨ ਸਮਾਜ ਪਾਰਟੀ ਆ ਜਾਣ, ਚਾਹੇ ਆਮ ਆਦਮੀ ਪਾਰਟੀ ਵਾਲੇ ਆ ਜਾਣ,
ਚਾਹੇ ਕਾਂਗਰਸ ਰਿਪੀਟ ਹੋਵੇ, ਅਗਲੀ ਸਰਕਾਰ ਆਉਂਦਿਆਂ ਸਾਰੀ ਇਹਨਾਂ ਸਿਫਾਰਸ਼ਾਂ ਦੇ ਮੁਤਾਬਕ ਹੀ ਕੰਮ ਕਰੇਗੀ, ਕਿਉਂਕਿ ਸਰਕਾਰ ਦੀਆਂ ਨੀਤੀਆਂ ਇਹੀ ਹੈ ਜਿਹੜੀਆਂ ਮੌਂਟੇਕ ਸਿੰਘ ਆਹਲੂਵਾਲ ਨੇ ਸਿਫਾਰਸ਼ਾਂ। ਪੰਜਾਬ ਉਦਯੋਗਿਕ ਪੱਖ ਤੋਂ ਬਹੁਤ ਪਛੜਿਆ ਹੋਇਆ, ਉਹਦੇ ਬਾਰੇ ਕਿਤੇ ਕਹਿੰਦੇ ਉਹਦੀ ਰਿਪੋਰਟ 'ਚ ਅੱਜ ਸੁੱਚਾ ਸਿੰਘ ਗਿੱਲ ਦਾ ਡਾਕਟਰ ਸੁੱਚਾ ਸਿੰਘ ਗਿੱਲ ਦਾ ਇੱਕ ਆਰਟੀਕਲ ਛਪਿਆ ਜੀ ਟ੍ਰਿਬਿਊਨ ਦੇ ਵਿੱਚ, ਉਹ 'ਚ ਕਾਫੀ ਡਿਟੇਲ 'ਚ ਉਹਨਾਂ ਨੇ ਉਹਦੇ ਸਾਰੇ ਪਹਿਲੂਆਂ ਦੇ ਉੱਤੇ ਚਾਨਣਾ ਪਾਇਆ। ਉਹਨਾਂ ਨੇ ਕਿਹਾ ਕਿ ਜਿਹੜੀਆਂ ਪੇਂਡੂ ਡਿਸਪੈਂਸਰੀਆਂ ਨੇ, ਕਹਿੰਦੇ ਨੇ ਆਹਲੂਵਾਲੀਆ ਸਾਹਿਬ ਕਿ ਉਹਨਾਂ ਦੀ ਹਾਲਤ ਬੜੀ ਖਸਤਾ ਹੈ, ਉੱਥੇ ਕੁਝ ਵੀ ਨਹੀਂ ਹੋ ਰਿਹਾ, ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ, ਫੌਰਨ ਤੇ ਖਰਚਾ ਘਟਾ ਲਿਆ ਜਾਵੇ, ਉਹ ਪ੍ਰਾਈਵੇਟ ਸੈਕਟਰ ਨੂੰ ਦੇ ਦਿੱਤਾ ਜਾਵੇ। ਜਿਹੜਾ ਪੇਂਡੂਆਂ ਦੇ ਵਿੱਚ ਮਾੜਾ ਮੋਟਾ ਹਸਪਤਾਲ ਨੇ ਜਾਂ ਵੈਟਰਨਰੀ ਹਸਪਤਾਲ ਵੀ ਨੇ ਨਿੱਕੇ ਮੋਟੇ, ਉੱਥੋਂ ਵੀ ਜਿਹੜਾ ਸਰਕਾਰੀ ਹੱਥੋਂ ਚੁੱਕ ਲਿਆ ਜਾਵੇ। ਉਦਯੋਗਿਕ ਪਛੜੇਪਣ ਦਾ ਇਲਾਜ ਉਹਨਾਂ ਦੱਸਿਆ ਜੀ ਕਿ ਟੈਕਨੀਕਲ ਯੂਨੀਵਰਸਿਟੀ ਬਣਾਈ ਜਾਵੇ। ਸ਼ਾਇਦ ਉਹ ਭੁੱਲ ਗਏ ਕਿ 2 ਟੈਕਨੀਕਲ ਯੂਨੀਵਰਸਿਟੀਆਂ ਪਹਿਲਾਂ ਹੀ ਹੈਗੀਆਂ ਨੇ ਪੰਜਾਬ ਦੇ ਵਿੱਚ। ਯਾਨੀ ਕਿ ਕਈ ਵਾਰ ਜਿਸ ਤਰ੍ਹਾਂ ਦਫ਼ਤਰੀ ਬਾਹੂਆਂ ਦਾ ਕੰਮ ਦਾ ਵਿਹਾਰ ਨਹੀਂ ਹੁੰਦਾ ਜੀ, ਕਿ ਉਹ ਨਿਯਮ ਵੇਖ ਕੇ ਪੁਰਾਣੇ ਸਟਾਈਲ ਦੇ ਨਿਯਮ ਪੜ੍ਹ ਕੇ ਤੇ ਉਹਦੇ ਉੱਤੇ ਹੀ ਮਤਲਬ ਜਿਹੜੀ ਆ ਉਹ ਕੋਈ ਨਾ ਕੋਈ ਨੋਟ ਬਣਾਈ ਜਾਂਦੇ ਨੇ। ਮੈਨੂੰ ਲੱਗਦਾ ਹੈ ਕਿ ਆਹਲੂਵਾਲੀਆ ਸਾਹਿਬ ਵੀ ਉਸੇ ਤਰਜ਼ ਤੇ ਕੰਮ ਕੀਤਾ ਤੇ ਜਿਨ੍ਹਾਂ ਨੂੰ ਪੜ੍ਹਦੇ ਰਹੇ ਆ, ਚੋਵਸਕੀ ਸਾਹਿਬ ਅਮਰੀਕਨ ਜਿਹੜੇ ਅਰਥ ਸ਼ਾਸਤਰੀ ਨੇ, ਉਹਨਾਂ ਨੇ ਤੇ ਇਸ ਵੇਲੇ ਬਿਲਕੁਲ ਇਨਕਲਾਬੀ ਰੁਖ ਅਖਤਿਆਰ ਕਰ ਲਿਆ। ਤੇ ਇਹਨਾਂ ਦੀ ਸਮਝ 'ਚ ਉਹ ਚੀਜ਼ਾਂ ਕਦੋਂ ਆਉਣਗੀਆਂ ਨਹੀਂ, ਕਿ ਤੁਹਾਡੀ ਫਿਤਰਤ ਜਾਂ ਕਹਿ ਲਓ ਵੀ ਤੁਹਾਡੀ ਇੱਕ ਪੂਰੀ ਦੀ ਪੂਰੀ ਮੈਂਟੈਲਿਟੀ ਜਿਹੜੀ ਆ ਉਸ ਕਿਸਮ ਦੀ ਬਣ ਚੁੱਕੀ ਹੁੰਦੀ ਹੈ। ਜਦ ਤੁਸੀਂ ਪੂੰਜੀਪਤੀਆਂ ਤੇ, ਮਤਲਬ ਮੈਂ ਲਫ਼ਜ਼ ਵਰਤਣਾ ਨਹੀਂ ਚਾਹੁੰਦਾ ਪਰ ਇਹ ਗੱਲ ਠੀਕ ਹੈ, ਹੱਥ ਠੋਕੇ ਨੇ ਅਸਲ ਦੇ ਵਿੱਚ। ਜਿਹਨਾਂ ਲੋਕਾਂ ਨੇ ਵਰਲਡ ਬੈਂਕ ਦੇ ਵਿੱਚ ਕੰਮ ਕੀਤਾ ਹੋਵੇ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਪਣੇ ਡਾਕਟਰ ਮਨਮੋਹਨ ਸਿੰਘ ਵਰਲਡ ਬੈਂਕ ਦੇ ਮੁਲਾਜ਼ਮ ਰਹੇ ਨੇ, ਤੇ ਵਰਲਡ ਬੈਂਕ ਦੀਆਂ ਹੀ ਜਿਹੜੀਆਂ ਪਾਲਿਸੀਜ਼ ਜਿਹੜੀਆਂ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਦੇ ਵਿੱਚ ਜਦੋਂ ਫਾਈਨੈਂਸ ਮਿਨਿਸਟਰ ਹੁੰਦੇ ਸੀ, ਉਦੋਂ ਤੋਂ ਭਾਰਤ ਦੇ ਵਿੱਚ ਨਵੀਂ ਇਕਨੋਮਿਕ ਪਾਲਿਸੀ ਜਦੋਂ ਇੰਟਰੋਡਿਊਸ ਹੁੰਦੀ ਹੈ ਸਾਰੀ ਦੁਨੀਆ ਦੇ ਵਿੱਚ, ਭਾਰਤ ਦੇ ਵਿੱਚ ਵੀ ਉਦੋਂ ਤੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੰਟਰੋਡਿਊਸ ਕੀਤੀਆਂ ਗਈਆਂ। ਮੌਂਟੇਕ ਸਿੰਘ ਆਹਲੂਵਾਲੀਆ ਬਾਰੇ ਅਸੀਂ ਕਹਿ ਚੁੱਕੇ ਹਾਂ ਕਿ ਉਸੇ ਤਰ੍ਹਾਂ ਦੇ ਖਿਡਾਰੀ ਨੇ ਆਰਥਿਕਤਾ ਦੇ, ਤੇ ਉਹ ਕੁਝ ਕਹਿਣਗੇ ਉਹ ਠੀਕ ਹੈ। ਡਿਸਪੈਂਸਰੀਆਂ 3500 ਦੇ ਨੀਅਰ ਅਬਾਊਟ, ਮੇਰਾ ਖਿਆਲ 3500-3600 ਦੇ ਕਰੀਬ ਜਿਹੜੀਆਂ ਸਾਡੀਆਂ PHC ਹੈਗੀਆਂ, ਪ੍ਰਾਇਮਰੀ ਹੈਲਥ ਸੈਂਟਰ, ਜਿੱਥੇ ਕੁਝ ਨਹੀਂ ਹੈ, ਕੋਈ ਸਹੂਲਤਾਂ ਨਹੀਂ ਹੈਗੀਆਂ, ਡਾਕਟਰ ਨਹੀਂ ਹੈਗੇ, ਨਰਸਾਂ ਨਹੀਂ ਹੈਗੀਆਂ, ਦਵਾਈਆਂ ਨਹੀਂ ਹੈਗੀਆਂ, ਕਿਤੇ ਕਿਤੇ ਬਿਲਡਿੰਗਾਂ ਵੀ ਹੈ ਨਹੀਂ, 6 ਆਕਸੀਜਨ ਬੈੱਡ ਉੱਥੇ ਚਾਹੀਦੇ ਆ, ਮਤਲਬ ਰੂਟੀਨ ਦੇ ਵਿੱਚ। ਉਹ ਬੈੱਡ ਤਾਂ ਬਹੁਤ ਦੂਰ ਦੀ ਗੱਲ ਹੈ, ਕੁਝ ਵੀ ਨਹੀਂ ਹੈ। ਉਹਨਾਂ ਨੂੰ ਠੀਕ ਕਰਨ ਦੀ ਲੋੜ ਦੀ ਥਾਂ ਦੇ ਉੱਤੇ ਉਹਨਾਂ ਨੂੰ ਬੰਦ ਕਰਨ ਦੀ ਸਿਫਾਰਿਸ਼ ਕਿੰਨਾ ਕੁ ਭਲਾ ਕਰ ਸਕਦੀ ਹੈ। ਹੈਲਥ ਸੈਕਟਰ ਜਿਸ ਤਰੀਕੇ ਨਾਲ ਸਾਡਾ ਕਲੈਪਸ ਕੀਤਾ, ਉਹਨੂੰ ਅਪ ਕਰਨਾ ਹੈ ਜਾਂ ਉਹਨੂੰ ਕਲੈਪਸ ਜਿਹੜਾ ਹੋ ਗਿਆ, ਡਿੱਗ ਗਿਆ, ਢਹਿ ਹੋ ਗਿਆ, ਉਹਨੂੰ ਨਵੇਂ ਸਿਰੇ ਤੋਂ ਉਸਾਰਨਾ। ਨਵੇਂ ਸਿਰੇ ਤੋਂ ਉਸਾਰਨ ਦੀ ਜੇ ਕੋਈ ਸਿਫਾਰਿਸ਼ ਹੁੰਦੀ ਤਾਂ ਠੀਕ ਹੈ, ਮੰਨ ਲੈਂਦੇ, ਪਰ ਕਿਉਂਕਿ ਸਰਕਾਰਾਂ ਉਸੇ ਢੰਗ ਦੀਆਂ ਨੇ, ਹੌਲੀ ਹੌਲੀ ਸਾਰੀਆਂ ਚੀਜ਼ਾਂ ਨੂੰ ਉਹ ਇੱਕ ਕਿਸਮ ਦਾ ਬਾਈਂਡ ਅਪ ਕਰ ਰਹੀਆਂ ਨੇ, ਤੇ ਇਸ ਕਰਕੇ ਉਹਨਾਂ ਦੀ ਸਿਫਾਰਿਸ਼ਾਂ ਮੰਨੀਆਂ ਜਾਣਗੀਆਂ। ਆਉਣ ਵਾਲੀ ਸਰਕਾਰ ਪਰ ਉਹਨਾਂ ਨੂੰ ਲਾਗੂ ਕਰੇਗੀ। ਇਹ ਸਰਕਾਰ ਕਿਉਂਕਿ ਚੋਣਾਂ ਸਾਹਮਣੇ ਹੈ, ਇਸ ਕਰਕੇ ਸਰਕਾਰ ਉਹਨਾਂ ਚੀਜ਼ਾਂ ਨੂੰ ਲਾਗੂ ਨਹੀਂ ਕਰ ਸਕਦੀ। ਇਹ ਲੋਕ ਇੱਕੋ ਜਿਹਾ ਹੀ ਸੋਚਦੇ ਨੇ, ਇਸੇ ਕਰਕੇ ਕਈ ਵਾਰੀ ਜ਼ਿਕਰ ਕੀਤਾ ਆਪਾਂ ਵੀ, ਬਹੁਤ ਸਿਆਣੇ, ਤਜਰਬੇਕਾਰ, ਬਹੁਤ ਆਦਰਯੋਗ ਸਾਡੇ ਸਰਦਾਰਾ ਸਿੰਘ ਜੌਹਲ ਵੀ ਕਈ ਵਾਰੀ ਐਗਰੀਕਲਚਰ ਇਕੋਨਮੀ ਤੇ ਗੱਲ ਕਰਦੇ ਆ ਜਾਂ ਇੱਕ ਮਾਡਲ ਪੇਸ਼ ਕਰਦੇ ਆ, ਉਹ 3 ਖੇਤੀ ਕਾਨੂੰਨਾਂ ਦੀ ਹਮਾਇਤ ਕਰਨ ਤੱਕ ਚਲੇ ਜਾਂਦੇ ਆ। ਸੋ ਇਹ ਜਿਹੜੇ ਘੱਟੋ ਘੱਟ ਜਿਹੜੇ ਸ਼ਾਇਦ ਮੈਨੂੰ ਲੱਗਦਾ ਵੀ ਜ਼ਮੀਨੀ ਪੱਧਰ ਦੇ ਉੱਤੇ ਜਿਹੜੇ ਵਰਕ ਨਹੀਂ ਕਰਦੇ, ਉਹ ਸ਼ਾਇਦ ਫਿਰ ਕਈ ਵਾਰੀ ਏਦਾਂ ਦਾ ਇੱਕ ਆਪਣਾ ਤਿਆਰ ਕਰ ਲੈਂਦੇ ਨੇ, ਮਾਈਂਡ ਸੈਟਅਪ ਜਿਹੜਾ ਉਹਨਾਂ ਦਾ ਹੋ ਜਾਂਦਾ, ਉਹਦੇ ਮੁਤਾਬਕ ਉਹ ਗੱਲਾਂ ਕਰਦੇ। ਜਿਹੜੇ ਅਰਥ ਸ਼ਾਸਤਰੀ ਨੇ ਵੱਡੇ ਜੀ, ਚਲੋ ਜਿਨ੍ਹਾਂ ਨੇ ਵਰਲਡ ਬੈਂਕ ਦੇ ਹਿਸਾਬ ਨਾਲ ਜਾਂ IMF ਦੇ ਹਿਸਾਬ ਨਾਲ ਆਪਣੀ ਐਜੂਕੇਸ਼ਨ ਲਈ ਆ ਤੇ ਉਸੇ ਤਰ੍ਹਾਂ ਦੀਆਂ ਪਾਲਿਸੀਆਂ ਉਹਨਾਂ ਦੇ ਜੇਨ 'ਚ ਹੋਣਗੀਆਂ, ਤੇ ਉਹ ਤਾਂ ਠੀਕ ਆ। ਪਰ ਮੈਂ ਕਈ ਵਾਰ ਬੜਾ ਹੈਰਾਨ ਹੁੰਦਾ ਆ ਕਿ ਜਿਹੜੇ ਇਹ ਕੰਜ਼ਰਵੇਟਿਵ ਸੋਚ ਦੇ ਵਿਅਕਤੀ ਨੇ, ਬਹੁਤ ਸਾਰੇ ਸਧਾਰਨ ਵਿਅਕਤੀ ਵੀ ਨੇ ਜਿਹੜੇ ਸ਼ਾਇਦ ਉਹਨਾਂ ਪਾਰਟੀਆਂ ਦੇ ਵੋਟਰ ਦੀ ਸਮਰੱਥਾ ਹੀ ਰੱਖਦੇ ਆ, ਉਹਨਾਂ ਕੋਲ ਆਪ ਕੋਲ ਵੀ ਕੁਝ ਨਹੀਂ ਹੁੰਦਾ, ਈਵਨ ਉਹ ਘਰ ਵੀ ਨਹੀਂ ਹੁੰਦਾ ਉਹਨਾਂ ਕੋਲ, ਤੇ ਮਤਲਬ ਬੇਘਰਿਆਂ 'ਚ ਸ਼ਾਮਲ ਹੁੰਦੇ ਆ। ਤੇ ਜਦੋਂ ਕੋਈ ਗੱਲ ਹੁੰਦੀ ਆ ਤੇ ਅਰਥ ਵਿਵਸਥਾ ਦੀ, ਤੇ ਉਹ ਬੜਾ ਵੱਧ ਚੜ੍ਹ ਕੇ ਇਹ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦੇ ਹੱਕ 'ਚ ਖੜਦੇ ਨੇ। ਉਹਨਾਂ ਦੀ ਮਾਨਸਿਕਤਾ ਕਿਹੋ ਜਿਹੀ ਆ, ਉਹਨਾਂ ਦਾ ਮਾਈਂਡ ਸੈੱਟ ਕਿਹੋ ਜਿਹਾ ਆ? ਮੈਂ ਬਹੁਤ ਸਾਰੇ ਬੰਦਿਆਂ ਨੂੰ ਇੱਥੇ ਟੋਰਾਂਟੋ ਵਿੱਚ ਵੀ ਜਾਣਦਾ, ਆਪਣੇ ਭਾਈਚਾਰੇ ਦੇ ਲੋਕਾਂ ਨੂੰ ਜਾਣਦਾ ਹਾਂ, ਜਿਹੜੇ ਵਿਅਕਤੀ ਆਪ ਕੁਛ ਵੀ ਜ਼ਿੰਦਗੀ 'ਚ ਨਹੀਂ ਕੀਤਾ ਹੁੰਦਾ, ਯਾਨੀ ਕਿ ਮਲੰਗ ਕਿਸਮ ਦੇ ਵਿਅਕਤੀ ਵੀ ਇਹਨਾਂ ਪਾਲਿਸੀਜ਼ ਨੂੰ ਕਹਿਣਗੇ ਜੀ ਜੇ ਭਲਾ ਚਾਹੁੰਦੇ ਹੋ ਤੇ ਤੁਹਾਨੂੰ ਅਪਣਾਉਣਾ ਹੀ ਪੈਣਾ। ਇਹ ਮਾਈਂਡ ਸੈੱਟ ਕਿਹੋ ਜਿਹਾ? ਦੇਖੋ, ਇੱਕ ਪ੍ਰਭਾਵ ਹੁੰਦਾ ਜੀ, ਮੈਂ ਤੁਹਾਨੂੰ ਦੱਸਦਾ ਕਿ ਦੁਨੀਆ ਦੇ ਉੱਤੇ ਜਦੋਂ ਮਾਈਂਡ ਸੈੱਟ ਜਿਹੜੇ
ਇਦਾਂ ਬਣਦੇ ਆ ਤੇ ਉਹਦੇ ਚ ਇੱਕ ਪੂਰੀ ਦਾ ਪੂਰਾ ਇੱਕ ਸਾਰਾ ਇੱਕ ਆਲਮ ਜਿਸ ਤਰੀਕੇ ਨਾਲ ਸੋਚਦਾ ਆ, ਕੰਮ ਕਰਦਾ ਆ, ਮੀਡੀਆ ਜਿਵੇਂ ਸਾਰੀਆਂ ਚੀਜ਼ਾਂ ਨੂੰ ਉਹਦੀ ਪੇਸ਼ਕਾਰੀ ਹੈ, ਕਿਉਂਕਿ ਮੀਡੀਆ ਜਿਸ ਢੰਗ ਦੇ ਨਾਲ ਸਾਰੀਆਂ ਚੀਜ਼ਾਂ ਸਾਹਮਣੇ ਰੱਖਦਾ ਹੈ ਉਹਦੇ ਚ ਇੱਕ ਬਹੁਤ ਵੱਡਾ ਅਸਰ ਜਿਹੜਾ ਆ ਤੁਹਾਡੇ ਦਿਮਾਗ ਤੇ ਉਹਦਾ ਜਾਂਦਾ ਹੈ। ਸਧਾਰਨ ਵਿਅਕਤੀ ਵੀ ਜਦੋਂ ਬਾਰ-ਬਾਰ ਇੱਕੋ ਚੀਜ਼ ਨੂੰ ਸੁਣਦਾ ਹੈ, ਮਤਲਬ ਜਿਹੜੇ ਟੈਲੀਵਿਜ਼ਨ ਚੈਨਲ ਸਾਡੇ ਇੱਥੇ ਚੱਲਦੇ ਆ, ਤੁਹਾਡਾ ਮੈਨੂੰ ਪਤਾ ਨਹੀਂ ਇੱਥੇ ਕਿ ਤੁਸੀਂ ਕੀ ਕੁਝ ਦੇਖਦੇ ਆ। ਸਾਡੇ ਇੱਥੇ ਜਿਹੜੇ ਟੈਲੀਵਿਜ਼ਨ ਚੈਨਲਾਂ ਦੇ ਵਿੱਚ ਜੋ ਕੁਝ ਸਾਰਾ ਦਿਨ ਵੱਜਦਾ ਆ ਤੇ ਉਹ ਜੇ ਕੋਈ ਬੰਦਾ ਉਹਨੂੰ ਦੇਖਦਾ ਨਾ ਰੈਗੂਲਰ, ਤੇ ਉਹਦੇ ਦਿਮਾਗ ਦੇ ਵਿੱਚ ਉਹੀ ਚੀਜ਼ਾਂ ਜਿਹੜੀਆਂ ਫਿਰ ਕੁਰਬਲ ਕਰਨ ਲੱਗ ਪੈਂਦੀਆਂ ਤੇ ਉਹ ਬੰਦਾ ਉੱਤੇ ਸੋਚਣ ਲੱਗ ਪੈਂਦਾ। ਵਿਗਿਆਨੀ ਕਹਿੰਦੇ ਆ ਵੀ ਇੱਕ ਝੂਠ ਨੂੰ ਜੇ ਤੁਸੀਂ ਬਾਰ-ਬਾਰ ਬੋਲੀ ਜਾਓਗੇ 100 ਵਾਰ ਇੱਕ ਝੂਠ ਜੇ ਬੋਲ ਦੋ ਤੇ ਉਹ ਸੱਚ ਲੱਗਣ ਲੱਗ ਪੈਂਦਾ, ਸੱਚ ਹੋ ਜਾਂਦਾ। ਸੋ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹ ਸ਼ਾਇਦ ਇੱਕ ਝਲਾਵੇ ਦੇ ਵਿੱਚ ਨੇ, ਇੱਕ ਜਿਹੜਾ ਇੱਕ ਪ੍ਰਚਾਰ ਜਿਹੜਾ ਆ ਜਿਸ ਕਿਸਮ ਦਾ, ਕਾਬਜ਼ ਜਿਹੜੇ ਲੋਕ ਨੇ, ਸੱਤਾ ਦੇ ਉੱਤੇ ਕਾਬਜ਼ ਲੋਕ ਨੇ, ਇਕੋਨਮੀ ਤੇ ਕਾਬਜ਼ ਲੋਕ ਨੇ, ਉਹ ਆਪਣਾ ਪ੍ਰਚਾਰ ਵੀ ਜਿਸ ਰੂਪ ਦੇ ਵਿੱਚ ਕਰਦੇ ਆ, ਉਹ ਪ੍ਰਚਾਰ ਹੀ ਇੰਨਾ ਜ਼ਿਆਦਾ ਜਦੋਂ ਤੁਹਾਡੇ ਸਿਰਾਂ ਦੇ ਵਿੱਚ ਆ ਵੜਦਾ ਤੁਹਾਨੂੰ ਲੱਗਦਾ ਵੀ ਇਹੀ ਸੱਚ ਹੈ ਤੇ ਬੰਦੇ ਉੱਤੇ ਸੋਚਣ ਲੱਗ। ਬਿਲਕੁਲ ਹੈ ਤਾਂ ਇਦਾਂ ਹੀ ਆ, ਬਿਲਕੁਲ ਤੁਸੀਂ ਠੀਕ ਹੀ ਇਹਦੀ ਨਿਸ਼ਾਨਦੇਹੀ ਕਰ ਰਹੇ ਹੋ, ਪਰ ਬੜੀ ਹੈਰਾਨੀ ਹੁੰਦੀ ਆ ਉਹਨਾਂ ਲੋਕਾਂ ਤੇ ਵੀ ਕਿ ਜਿਹੜੇ ਲੋਕ ਆਪ ਇਹਨਾਂ ਸੁਵਿਧਾਵਾਂ ਤੋਂ ਸੱਖਣੇ ਨੇ ਪਰ ਉਹ ਵੱਧ ਚੜ੍ਹ ਕੇ ਪ੍ਰੋੜਤਾ ਕਰਦੇ। ਪਰ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਮੀਡੀਆ ਦੀ, ਭਾਰਤੀ ਮੀਡੀਆ ਖਾਸ ਕਰਕੇ, ਪਿਛਲੇ ਦਿਨੀ ਇੱਕ ਲਿਸਟ ਛਪੀ ਸੀ, ਜਿੱਦਾਂ ਮੈਂ ਤੁਹਾਨੂੰ ਇੱਕ ਦਿਨ ਸਵਾਲ ਕੀਤਾ ਸੀ ਕਿ ਉਹ ਪੈਨਸ਼ਨਾਂ ਬਾਰੇ ਪਤਾ ਕਰਿਓ ਕਿ ਵਾਕਿਆ ਹੀ ਉਹ 5-5 7-7 ਮਿਲਦੀਆਂ ਕਿ ਨਹੀਂ, ਉਹਦੀ ਡਿਟੇਲ ਮੈਨੂੰ ਨਹੀਂ ਪਤਾ ਅਜੇ ਤੱਕ ਤੁਸੀਂ ਕਿਤੋਂ ਲਈ ਆ ਕਿ ਨਹੀਂ। ਇਸੇ ਤਰ੍ਹਾਂ ਹੀ ਜਿਹੜੇ ਮੀਡੀਆ ਦੇ ਵੱਡੇ ਜਰਨਲਿਸਟ ਨੇ ਜਿਨ੍ਹਾਂ ਦਾ 24 ਘੰਟੇ ਬੋਲਬਾਲਾ ਆ ਚੈਨਲਾਂ ਤੇ, ਵੱਡੇ ਚੈਨਲਾਂ ਤੇ, ਆਜ ਤੱਕ ਜੇ ਉਹ ਦੂਸਰਿਆਂ ਤੇ, ਉਹਨਾਂ ਦੇ ਜਿਹੜੇ ਪੱਤਰਕਾਰ ਨੇ ਜਾਂ ਜਿਹੜੇ ਉਹ ਟੇਬਲ ਤੇ ਬੈਠ ਕੇ ਟੀਵੀ ਦੇ ਪੱਤਰਕਾਰ ਨੇ ਜਿਹੜੇ ਕਦੀ ਬਾਹਰ ਫੀਲਡ 'ਚ ਵੀ ਨਹੀਂ ਗਏ ਹੁੰਦੇ, ਉਹਨਾਂ ਦੀਆਂ ਜਦੋਂ ਤਨਖਾਹਾਂ ਦੇਖਦੇ ਆ ਤੇ ਇੱਕ ਮਹੀਨੇ ਦੀ 18 ਲੱਖ, ਕਿਸੇ ਦੀ 22 ਲੱਖ, ਤੇ ਹੈਰਾਨੀ ਹੁੰਦੀ ਆ। ਤੇ ਉਸ ਤੋਂ ਇਲਾਵਾ ਜਿਹੜਿਆਂ ਲਈ ਉਹ ਪ੍ਰਚਾਰ ਕਰਦੇ ਨੇ, ਮਰਾਸਪੁਣਾ ਕਰਦੇ ਨੇ, ਉੱਥੋਂ ਜਿਹੜੇ ਇਨਾਮ ਮਿਲ ਜਾਂਦੇ ਨੇ ਉਹ ਵੱਖਰੇ, ਤੇ ਉਹ ਤੇ ਫਿਰ ਸ਼ਾਮਲ ਹੀ ਉਸ ਟੀਮ 'ਚ ਹੋ ਗਏ ਨਾ ਜੀ, ਅਲੀਟ ਕਲਾਸ 'ਚ, ਉਹਨਾਂ ਤੇ ਉਹਦੀ ਬੋਲੀ ਬੋਲਣੀ ਆ। ਮੈਂ ਉਹ ਆਪਣੇ ਵਰਗੇ ਮਲੰਗਾਂ ਦੀ ਗੱਲ ਕਰਦਾ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਆ, ਉਹ ਵੀ ਕਈ ਵਾਰ ਉਹੋ ਜਿਹੀ ਭਾਸ਼ਾ ਹੀ ਬੋਲਦੇ ਆ। ਨਹੀਂ ਠੀਕ ਹੈ, ਉਹ ਤਾਂ ਜਿਹੜਾ ਦੇਖੋ ਜਿਹੜੀ ਗੱਲ ਜਿਹਨਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਕੋਈ ਜਿਹੜੇ ਟੈਲੀਵਿਜ਼ਨ ਸਕਰੀਨ ਦੇ ਉੱਤੇ ਦਿਖਾਈ ਦਿੰਦੇ ਆ, ਫੀਲਡ 'ਚ ਕਿਤੇ ਨਹੀਂ ਹੈਗੇ, ਉਹ ਤਾਂ ਕਰੋੜਾਂ ਰੁਪਏ 'ਚ ਖੇਡਣ ਵਾਲੇ ਲੋਕ ਨੇ, 500 600 1000 ਕਰੋੜ ਦੀਆਂ ਜਾਇਦਾਦਾਂ ਦੇ ਮਾਲਕ ਨੇ, ਤੇ ਇਸੇ ਕਰਕੇ ਉਹ ਕਿਲ ਕੇ ਬੋਲਦੇ ਨੇ ਤੇ ਜੋ ਸਟੇਟ ਦਾ ਵਿਚਾਰ ਹੁੰਦਾ, ਜੋ ਸਰਕਾਰ ਚਾਹੁੰਦੀ ਉਹਦੇ ਮੁਤਾਬਕ ਉਹਨਾਂ ਨੇ ਬੋਲਣਾ ਹੁੰਦਾ, ਤੇ ਇਸ ਕਰਕੇ ਉਹ ਤਨਖਾਹ ਕੋਈ ਉਹਨਾਂ ਨੂੰ ਅਸਲ ਦੇ ਵਿੱਚ ਉਹ ਅਦਾਰਾ ਨਹੀਂ ਦੇ ਰਿਹਾ ਹੁੰਦਾ, ਉਹ ਤਨਖਾਹਾਂ ਦੇ ਪਿੱਛੇ ਵੀ ਅਦਾਰੇ ਨੂੰ ਸਪੋਰਟ ਕਰਨ ਵਾਲੇ ਜਾਂ ਕਹਿ ਲਓ ਵੀ ਫੰਡਿੰਗ ਕਰਨ ਵਾਲੀ ਜਿਹੜੀਆਂ ਧਿਰਾਂ ਨੇ ਉਹ ਆਪਾਂ ਨੂੰ ਪਤਾ ਹੀ ਨੇ ਹੈਗਾ ਵੀ ਕਾਰਪੋਰੇਟ ਜਿਹੜਾ ਓਵਰਆਲ ਜਿਹੜਾ ਚੈਨਲਸ ਜਿਹੜੇ ਨੇ ਜੀ ਸਾਡੇ ਇੱਥੇ, ਉਹਦਾ ਇੱਕ ਡਾਟਾ ਸਾਡੇ ਕੋਲ ਇੱਦਾਂ ਦਾ ਆਇਆ ਸੀ ਵੀ ਓਵਰਆਲ 36 ਜਿਹੜੇ ਵੱਡੇ ਚੈਨਲ ਨੇ ਉਹ ਹੈਗੇ ਆ ਅੰਬਾਨੀਜ਼ ਦੇ ਤੇ 22 ਚੈਨਲ ਹੈਗੇ ਆ ਅਡਾਨੀਆਂ ਦੇ, ਤੇ ਫਿਰ ਉਹ ਤਨਖਾਹ ਉਹਨਾਂ ਨੂੰ ਉਹੀ ਦਿੰਦੇ ਆ, ਉਹਨਾਂ ਦੀ ਬੋਲੀ ਉਹਨਾਂ ਨੇ ਬੋਲਣੀ ਆ ਤੇ ਉਹ ਬੋਲੀ ਜਾਂਦੇ ਆ, ਲਗਾਤਾਰ ਚੀਖ ਕੇ ਬੋਲਦੇ ਆ। ਉਹ ਚੀਖ ਕੇ ਬੋਲਿਆ ਕਿਉਂਕਿ ਕਬਜ਼ਾ ਜਿਹੜਾ 99.99% ਜਿਹੜਾ ਇੱਦਾਂ ਦੇ ਚੈਨਲਾਂ ਦਾ ਹੈਗਾ, ਇੱਦਾਂ ਦੇ ਲੋਕਾਂ ਦਾ ਹੈਗਾ, ਤੇ ਕਾਰਪੋਰੇਟਸ ਦਾ ਹੈਗਾ, ਸਰਕਾਰ ਦੇ ਜਿਹੜੇ ਟੂਟੂ ਆ ਜਾਂ ਟੂਲ ਆ ਉਹਨਾਂ ਦਾ ਹੈਗਾ। ਉਹ ਫਿਰ ਬਾਰ-ਬਾਰ ਚੀਜ਼ਾਂ ਜਿਹੜੀਆਂ ਬੋਲਦੇ ਆ ਉਹਦਾ ਅਸਰ ਜਿਹੜਾ ਆ ਉਹ ਸਧਾਰਨ ਬੰਦੇ ਤੇ ਵੀ ਲਾਜ਼ਮੀ ਤੌਰ ਤੇ ਪੈਂਦਾ ਹੈ। ਕਈ ਵਾਰੀ ਬੰਦੇ ਦੀ ਜਿਹੜੀ, ਕਿਉਂਕਿ ਉਹ ਖੁਦ ਬੰਦੇ ਜਿਹੜੇ ਭਾਵੇਂ ਸੱਖਣੇ, ਜਿੱਦਾਂ ਤੁਸੀਂ ਲਫ਼ਜ਼ ਵਰਤਿਆ ਵੀ ਉਹ ਇਹ ਸਾਰੀਆਂ ਸਹੂਲਤਾਂ ਤੋਂ ਸੱਖਣੇ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਜਿਹੜੀ ਸੋਚ ਹੈ, ਜਿਹੜੀ ਸਮਝਦਾਰੀ ਹੈ, ਉਹ ਡਿਵੈਲਪ ਨਹੀਂ ਹੋਈ ਹੁੰਦੀ। ਉਹ ਕਿਤੇ ਨਾ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਕਦੇ ਚੀਰ ਫਾੜੋ ਦੀ ਕੀਤੀ ਹੁੰਦੀ ਹੈ, ਉਹ ਇੱਕ ਸਧਾਰਨ ਵਿਅਕਤੀ ਦੇ ਤੌਰ ਦੇ ਉੱਤੇ ਹੁੰਦੇ ਆ, ਪਰ ਉਹ ਸਧਾਰਨ ਵਿਅਕਤੀ ਦੇ ਉੱਤੇ ਅਸਰ ਜਿਹੜਾ ਝੂਠ ਦਾ, ਬਾਰ-ਬਾਰ ਝੂਠ ਜਿਹੜਾ ਬੋਲਿਆ ਜਾਂਦਾ ਹੈ, ਤੇ ਉਹਦੇ ਦੇਖੋ ਤਰਕ ਜਿਹੜਾ ਹੁੰਦਾ ਨਾ ਜੀ, ਲੌਜਿਕ, ਮੈਂ ਇੱਕ ਤਰਕ ਦੇ ਆਧਾਰ ਦੇ ਉੱਤੇ ਤੁਹਾਡੇ ਨਾਲ ਜੇ ਕੋਈ ਗੱਲ ਕਰਦਾ ਤੇ ਤੁਸੀਂ ਉਹਦੇ ਉਲਟ ਆਪਣੇ ਤਰਕ ਨਾਲ ਮੇਰੇ ਨਾਲ ਗੱਲ ਕਰ ਸਕਦੇ ਹੋ। ਤੁਹਾਡਾ ਤਰਕ ਵੀ ਜਿਹੜਾ, ਤੁਹਾਡੇ ਕੋਲ ਵੀ ਤਰਕ ਹੋਏਗਾ, ਤੇ ਝੂਠ ਬੋਲਣ ਵਾਲੇ ਜਿਹੜੇ ਲੋਕ ਆ ਉਹਨਾਂ ਕੋਲ ਵੀ ਤਰਕ ਹੁੰਦਾ, ਤੇ ਉਹ ਜਿਹੜਾ ਉਹ ਤਰਕ ਆਪਣਾ ਪੇਸ਼ ਕਰਦੇ ਆ, ਉਹ ਪੇਸ਼ਕਾਰੀ ਜਿਸ ਢੰਗ ਨਾਲ ਕਰਦੇ ਆ ਉਹ ਸੱਚ ਲੱਗਣ ਲੱਗ ਪੈਂਦੀ ਆ, ਜਿਹਦੇ ਝਲਾਵੇ ਦੇ ਵਿੱਚ, ਜਿਹਦੇ ਸ਼ਿਕੰਜੇ ਦੇ ਵਿੱਚ
ਜਿਹੜਾ ਸਧਾਰਨ ਵਿਅਕਤੀ ਆ ਖੁਦ ਜਿਹੜਾ ਉਹ ਮੁਸੀਬਤਾਂ ਚੱਲ ਰਿਹਾ ਹੁੰਦਾ ਉਹ ਵੀ ਫਸ ਜਾਂਦਾ। ਸੋ ਦਸਾਂਝ ਸਾਹਿਬ ਕਾਫੀ ਹੈ ਜੀ ਅੱਜ ਲਈ, ਤੇ ਮਿਲਦੇ ਹਾਂ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਵੀਕਐਂਡ ਲਈ ਸ਼ੁਭਕਾਮਨਾਵਾਂ ਵੀ ਤੁਹਾਨੂੰ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ।